ਅੱਜ ਤੋਂ ਆਪਾਂ ਸ਼ੁਰੂਆਤ ਕਰਦੇ ਹਾਂ ਪੋਲਿਟੀ ਦੇ ਸਭ ਤੋਂ ਇੰਪੋਰਟੈਂਟ ਟੌਪਿਕ ਭਾਰਤ ਦੇ ਸੰਵਿਧਾਨ ਤੋਂ, ਜਿਸ ਦੇ ਵਿੱਚ ਆਪਾਂ ਪੜਾਂਗੇ ਕਿ ਭਾਰਤੀ ਸੰਵਿਧਾਨ ਦੇ ਵਿਕਾਸ ਦਾ ਇਤਿਹਾਸ ਕੀ, ਜਿਹੜਾ ਇਹ ਆਪਣਾ ਭਾਰਤ ਦਾ ਸੰਵਿਧਾਨ ਹੈ ਇਹ ਬਣਿਆ ਕਿਵੇਂ ਹੈ ਤੇ ਇਹ ਸੰਵਿਧਾਨ ਕਿਵੇਂ ਹੋਂਦ ਵਿੱਚ ਆਇਆ। ਆਪਾਂ ਇਸ ਸਾਰੇ ਟੌਪਿਕ ਨੂੰ ਇੱਕ ਕਹਾਣੀ ਦੀ ਤਰ੍ਹਾਂ ਪੜਾਂਗੇ। ਜੇਕਰ ਤੁਸੀਂ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਦੇ ਹੋ ਤਾਂ ਇਸ ਟੌਪਿਕ ਦੇ ਵਿੱਚੋਂ ਕੋਈ ਵੀ ਕੁਐਸਚਨ ਤੁਹਾਡਾ ਗਲਤ ਨਹੀਂ ਹੋਵੇਗਾ। ਤੇ ਦੋਸਤੋ, ਇਸ ਚੈਨਲ ਉੱਤੇ ਤੁਹਾਨੂੰ ਡੇਲੀ ਕਰੰਟ ਅਫੇਅਰਸ, ਕੰਪਿਊਟਰ ਫੰਡਾਮੈਂਟਲ, ਪੰਜਾਬ ਜੀਕੇ ਐਂਡ ਪੰਜਾਬ ਦੇ ਹਰ ਇੱਕ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰਵਾਈ ਜਾਂਦੀ ਹੈ ਤੇ ਹਰ ਇੱਕ ਕਲਾਸ ਦਾ ਫ੍ਰੀ ਆਫ ਕੋਸਟ PDF ਮੇਰੇ WhatsApp ਗਰੁੱਪ ਜਾਂ Telegram ਗਰੁੱਪ ਵਿੱਚ ਪ੍ਰੋਵਾਈਡ ਕੀਤਾ ਜਾਂਦਾ ਹੈ। ਜੋ ਕੋਈ ਸਟੂਡੈਂਟ ਵੀ ਮੇਰੇ ਗਰੁੱਪ ਵਿੱਚ ਐਡ ਹੋਣਾ ਚਾਹੁੰਦਾ ਹੈ ਤਾਂ ਉਹ ਮੈਨੂੰ ਪਰਸਨਲੀ ਵੀ ਮੈਸੇਜ ਕਰ ਸਕਦਾ ਤੇ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਉਸ ਦਾ ਲਿੰਕ ਦੇ ਦੇਵਾਂਗਾ, ਤਾਂ ਤੁਸੀਂ ਉੱਥੇ ਕਲਿੱਕ ਕਰਕੇ ਵੀ ਉਸ ਗਰੁੱਪ ਨੂੰ ਜੁਆਇਨ ਕਰ ਸਕਦੇ ਹੋ। ਤਾਂ ਚਲੋ ਦੋਸਤੋ, ਜ਼ਿਆਦਾ ਟਾਈਮ ਨਾ ਲੈਂਦੇ ਹੋਏ ਅੱਜ ਦੀ ਕਲਾਸ ਆਪਾਂ ਸ਼ੁਰੂ ਕਰਦੇ ਹਾਂ। ਤਾਂ ਦੋਸਤੋ, ਆਪਾਂ ਸਭ ਤੋਂ ਪਹਿਲਾਂ ਪੜ੍ਹਦੇ ਹਾਂ ਭਾਰਤੀ ਸੰਵਿਧਾਨ ਦੇ ਵਿਕਾਸ ਦਾ ਇਤਿਹਾਸ, ਕਿ ਇਹ ਜਿਹੜਾ ਭਾਰਤੀ ਸੰਵਿਧਾਨ ਇਹ ਬਣਿਆ ਕਿਵੇਂ ਹੈ। ਇਸ ਤੋਂ ਪਹਿਲਾਂ ਆਪਾਂ ਨੂੰ ਇਹ ਪਤਾ ਹੋਣਾ ਜ਼ਰੂਰੀ ਹੈ ਕਿ ਸੰਵਿਧਾਨ ਕਿਸ ਨੂੰ ਕਹਿੰਦੇ ਨੇ। ਤਾਂ ਸੰਵਿਧਾਨ ਕਿਸੇ ਵੀ ਦੇਸ਼ ਦਾ ਉਹ ਕਾਨੂੰਨੀ ਦਸਤਾਵੇਜ਼ ਹੈ ਅਤੇ ਕਿਸੇ ਵੀ ਦੇਸ਼ ਦਾ ਸੰਵਿਧਾਨ ਉਸ ਦੀ ਰਾਜਨੀਤਿਕ ਵਿਵਸਥਾ ਦਾ ਉਹ ਬੁਨਿਆਦੀ ਢਾਂਚਾ ਨਿਰਧਾਰਿਤ ਕਰਦਾ ਹੈ ਜਿਸ ਦੇ ਅੰਤਰਗਤ ਉਸ ਦੀ ਜਨਤਾ ਸ਼ਾਸਿਤ ਹੁੰਦੀ ਹੈ। ਮਤਲਬ ਕਿ ਜਨਤਾ ਤੇ ਸ਼ਾਸਨ ਕਰਨ ਦੇ ਲਈ ਇੱਕ ਕਾਨੂੰਨੀ ਦਸਤਾਵੇਜ਼ ਹੁੰਦਾ ਹੈ ਜਿਸ ਨੂੰ ਆਪਾਂ ਕੀ ਕਹਿੰਦੇ ਹਾਂ, ਸੰਵਿਧਾਨ ਕਹਿੰਦੇ ਆ। ਤਾਂ ਕਿਸੇ ਵੀ ਦੇਸ਼ ਦੀ ਸ਼ਾਸਨ ਵਿਵਸਥਾ ਨੂੰ ਚਲਾਉਣ ਦੇ ਲਈ ਉੱਥੋਂ ਦਾ ਕੀ ਹੁੰਦਾ ਹੈ, ਮੇਨ ਉੱਥੋਂ ਦਾ ਸੰਵਿਧਾਨ ਹੁੰਦਾ ਹੈ। ਤਾਂ ਜੇਕਰ ਗੱਲ ਕੀਤੀ ਜਾਵੇ ਸੰਵਿਧਾਨ ਦੀ, ਤਾਂ ਸੰਵਿਧਾਨ ਦੋ ਪ੍ਰਕਾਰ ਦਾ ਹੁੰਦਾ ਹੈ। ਇੱਕ ਤਾਂ ਹੋ ਗਿਆ ਆਪਣੇ ਕੋਲ ਲਿਖਿਤ ਸੰਵਿਧਾਨ ਤੇ ਦੂਜਾ ਹੋ ਗਿਆ ਆਪਣੇ ਕੋਲ ਅਲਿਖਿਤ ਸੰਵਿਧਾਨ। ਠੀਕ ਹੈ, ਲਿਖਿਤ ਸੰਵਿਧਾਨ ਕਿਹੜਾ ਹੁੰਦਾ ਹੈ? ਉਦਾਹਰਨ ਦੇ ਤੌਰ ਤੇ ਗੱਲ ਕੀਤੀ ਜਾਵੇ ਤਾਂ ਜਿਹੜਾ ਭਾਰਤ ਦਾ ਸੰਵਿਧਾਨ ਹੈ ਉਹ ਕੀ ਹੈ, ਲਿਖਿਤ ਸੰਵਿਧਾਨ ਹੈ ਜਿਸ ਨੂੰ ਲਿਖ ਕੇ ਬਣਾਇਆ ਗਿਆ ਹੈ। ਠੀਕ ਹੈ, ਤੇ ਅਲਿਖਿਤ ਸੰਵਿਧਾਨ ਕਿਹੜਾ ਹੁੰਦਾ ਹੈ? ਫੋਰ ਐਗਜ਼ਾਮਪਲ ਗੱਲ ਕਰੀਏ ਆਪਾਂ ਬ੍ਰਿਟੇਨ ਦੀ, ਤਾਂ ਬ੍ਰਿਟੇਨ ਹੈ ਜਿਹੜਾ ਉਸ ਦੇ ਵਿੱਚ ਕੀ ਹੈ, ਉਹ ਇੱਕ ਤਰ੍ਹਾਂ ਦਾ ਅਲਿਖਿਤ ਸੰਵਿਧਾਨ ਹੈ। ਤੇ ਇੱਕ ਸਾਊਦੀ ਅਰਬ ਦੀ ਗੱਲ ਕਰੀਏ ਤਾਂ ਸਾਊਦੀ ਅਰਬ ਦਾ ਸੰਵਿਧਾਨ ਵੀ ਕੀ ਹੈ, ਇੱਕ ਅਲਿਖਿਤ ਸੰਵਿਧਾਨ ਹੈ। ਠੀਕ ਹੈ, ਇਹ ਕੁਐਸਚਨ ਐਗਜ਼ਾਮ ਦੇ ਵਿੱਚ ਪੁੱਛਿਆ ਗਿਆ ਹੈ ਕਿ ਲਿਖਿਤ ਸੰਵਿਧਾਨ ਕਿਹੜੇ ਦੇਸ਼ ਦਾ ਹੈ ਤੇ ਅਲਿਖਿਤ ਸੰਵਿਧਾਨ ਕਿਹੜੇ ਦੇਸ਼ ਦਾ ਹੈ, ਤਾਂ ਤੁਸੀਂ ਕਨਫਿਊਜ਼ ਨਹੀਂ ਹੋਣਾ ਇਸ ਦੇ ਵਿੱਚ। ਠੀਕ ਹੈ, ਤਾਂ ਦੋਸਤੋ ਆਪਾਂ ਜਿਹੜਾ ਭਾਰਤੀ ਸੰਵਿਧਾਨ ਹੈ ਇਸ ਨੂੰ ਆਪਾਂ 3 ਫੇਸਿਸ ਦੇ ਵਿੱਚ ਪੜਾਂਗੇ। ਠੀਕ ਹੈ, ਸਭ ਤੋਂ ਪਹਿਲਾ ਫੇਸ ਰਹੇਗਾ ਆਪਣੇ ਕੋਲ 1773 ਦਾ ਰੈਗੂਲੇਟਿੰਗ ਐਕਟ, ਤੇ ਦੂਸਰੇ ਨੰਬਰ ਤੇ ਆ ਜਾਏਗਾ ਆਪਣੇ ਕੋਲ 1935 ਭਾਰਤੀ ਸ਼ਾਸਨ ਅਧਿਨਿਯਮ, ਤੇ ਨੰਬਰ 3 ਤੇ ਆ ਜਾਏਗਾ ਆਪਣੇ ਕੋਲ 1946 ਦਾ ਕੈਬਨਿਟ ਮਿਸ਼ਨ। ਠੀਕ ਹੈ, ਤਾਂ ਇਹਨਾਂ ਨੂੰ ਆਪਾਂ 1 ਬਾਈ 1 ਅੱਗੇ ਡਿਸਕਸ ਕਰਦੇ ਹਾਂ। ਤਾਂ ਨੰਬਰ 1 ਤੇ ਆਪਾਂ ਦੇਖਦੇ ਹਾਂ 1773 ਈਸਵੀ ਦਾ ਰੈਗੂਲੇਟਿੰਗ ਐਕਟ। ਤਾਂ ਜਿਹੜਾ ਇਹ 1773 ਦਾ ਰੈਗੂਲੇਟਿੰਗ ਐਕਟ ਇਹ ਆਪਾਂ ਕਿਉਂ ਪੜਾਂਗੇ, ਇਹ ਵੀ ਮੈਂ ਤੁਹਾਨੂੰ ਦੱਸ ਦਿੰਦਾ। ਕਿਉਂਕਿ ਉਸ ਸਮੇਂ ਜਦੋਂ 1773 ਦਾ ਰੈਗੂਲੇਟਿੰਗ ਐਕਟ ਹੋਇਆ ਸੀ ਉਸ ਸਮੇਂ ਅੰਗਰੇਜ਼ਾਂ ਦਾ ਸ਼ਾਸਨ ਸੀ। ਤਾਂ ਅੰਗਰੇਜ਼ਾਂ ਨੇ ਕੀ ਕੀਤਾ, ਤਾਂ ਉਹਨਾਂ ਨੇ ਆਪਣੇ ਭਲੇ ਦੇ ਲਈ ਲਾ ਲਓ ਜਾਂ ਭਾਰਤ ਤੇ ਸ਼ਾਸਨ ਕਰਨ ਦੇ ਲਈ ਲਾ ਲਓ, ਤਾਂ ਉਹਨਾਂ ਨੇ ਉਸ ਟਾਈਮ ਕਾਫੀ ਕਾਨੂੰਨ ਬਣਾਏ। ਇਸ ਤਰ੍ਹਾਂ ਉੱਥੇ ਇਹ ਭਾਰਤ ਦੇ ਸੰਵਿਧਾਨ ਦੀ ਸ਼ੁਰੂਆਤ ਹੋ ਗਈ। ਮਤਲਬ ਕਿ ਜਿਹੜੇ ਅੰਗਰੇਜ਼ਾਂ ਦੁਆਰਾ ਕਾਨੂੰਨ ਬਣਾਏ ਗਏ ਸੀ ਉਹਨਾਂ ਤੋਂ ਹੀ ਕੀ ਹੋ ਗਿਆ, ਭਾਰਤ ਦੇ ਸੰਵਿਧਾਨ ਬਣਨਾ ਸ਼ੁਰੂ ਹੋ ਗਿਆ, ਉੱਥੋਂ ਹੀ ਉਸ ਦੀ ਸ਼ੁਰੂਆਤ ਹੋ ਗਈ ਸੀ। ਇਸ ਲਈ ਆਪਾਂ ਕੀ ਹੈ 1773 ਦਾ ਰੈਗੂਲੇਟਿੰਗ ਐਕਟ ਤੋਂ ਇਸ ਦੀ ਸ਼ੁਰੂਆਤ ਕਰਾਂਗੇ। ਤਾਂ ਆਪਾਂ ਸਭ ਤੋਂ ਪਹਿਲਾਂ ਪੜ੍ਹਦੇ ਹਾਂ 1773 ਦਾ ਰੈਗੂਲੇਟਿੰਗ ਐਕਟ। ਤਾਂ 1757 ਦੀ ਪਲਾਸੀ ਦੀ ਲੜਾਈ ਹੋਈ ਅਤੇ 1764 ਦੇ ਵਿੱਚ ਬਕਸਰ ਦਾ ਯੁੱਧ ਹੋਇਆ। ਤਾਂ ਇਹ ਜਿਹੜੀਆਂ ਇਤਿਹਾਸ ਦੀਆਂ ਦੋ ਮਹੱਤਵਪੂਰਨ ਲੜਾਈਆਂ ਨੇ। ਠੀਕ ਹੈ, ਇਸ ਯੁੱਧ ਤੋਂ ਬਾਅਦ ਕੀ ਹੋਇਆ, ਇਸ ਯੁੱਧ ਤੋਂ ਬਾਅਦ ਅੰਗਰੇਜ਼ਾਂ ਨੇ ਕੀ ਪੂਰੇ ਬੰਗਾਲ ਉੱਤੇ ਕਬਜ਼ਾ ਕਰ ਲਿਆ ਸੀ। ਠੀਕ ਹੈ, ਤਾਂ ਐਗਜ਼ਾਮ ਦੇ ਵਿੱਚ ਕੁਐਸਚਨ ਪੁੱਛਿਆ ਜਾ ਸਕਦਾ ਹੈ ਕਿ ਕਿਹੜੇ ਯੁੱਧ ਤੋਂ ਬਾਅਦ ਅੰਗਰੇਜ਼ਾਂ ਨੇ ਪੂਰੇ ਬੰਗਾਲ ਉੱਤੇ ਕਬਜ਼ਾ ਕਰ ਲਿਆ ਸੀ। ਤਾਂ ਪਲਾਸੀ ਦੀ ਲੜਾਈ ਤੇ ਬਕਸਰ ਦੇ ਯੁੱਧ ਤੋਂ ਬਾਅਦ ਕੀ ਅੰਗਰੇਜ਼ਾਂ ਨੇ ਬੰਗਾਲ ਉੱਤੇ ਕਬਜ਼ਾ ਕਰ ਲਿਆ ਸੀ। ਠੀਕ ਹੈ, ਤਾਂ 1757 ਦੀ ਲੜਾਈ ਅਤੇ 1764 ਦੇ ਬਕਸਰ ਦੇ ਯੁੱਧ ਨੂੰ ਅੰਗਰੇਜ਼ਾਂ ਦੁਆਰਾ ਜਿੱਤਣ ਤੋਂ ਬਾਅਦ ਬੰਗਾਲ ਉੱਤੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦਾ ਸ਼ਾਸਨ ਹੋ ਗਿਆ ਅਤੇ ਇਸੇ ਸ਼ਾਸਨ ਨੂੰ ਆਪਣੇ ਅਨੁਕੂਲ ਬਣਾਏ ਰੱਖਣ ਦੇ ਲਈ ਅੰਗਰੇਜ਼ਾਂ ਨੇ ਕਈ ਐਕਟ ਲਾਗੂ ਕੀਤੇ ਜੋ ਭਾਰਤ ਦੇ ਸੰਵਿਧਾਨ ਦੇ ਵਿਕਾਸ ਵਿੱਚ ਬਹੁਤ ਸਹਾਇਕ ਸਿੱਧ ਹੋਏ। ਠੀਕ ਹੈ, ਤਾਂ ਰੈਗੂਲੇਟਿੰਗ ਐਕਟ ਹੈ ਕੀ ਸੀ, ਤਾਂ ਇਹ ਵੀ ਮੈਂ ਤੁਹਾਨੂੰ ਦੱਸ ਦਿੰਨਾ ਕਿ ਜਿਹੜਾ ਇਹ ਰੈਗੂਲੇਟਿੰਗ ਐਕਟ ਸੀ ਇਸ ਦੇ ਤਹਿਤ 1774 ਈਸਵੀ ਦੇ ਵਿੱਚ ਕੋਲਕਾਤਾ ਦੇ ਵਿੱਚ ਇੱਕ ਸੁਪਰੀਮ ਕੋਰਟ ਦੀ ਸਥਾਪਨਾ ਕੀਤੀ ਗਈ ਸੀ
ਤਾਂ ਇਹ ਕੁਐਸਚਨ ਵੀ ਐਗਜ਼ਾਮ ਦੇ ਵਿੱਚ ਕਾਫੀ ਵਾਰ ਪੁੱਛਿਆ ਗਿਆ ਕਿ ਪਹਿਲੇ ਮੁੱਖ ਜੱਜ ਕੌਣ ਸੀ ਜਦੋਂ ਰੈਗੂਲੇਟਿੰਗ ਐਕਟ ਦੀ ਸਥਾਪਨਾ ਹੋਈ ਸੀ। ਤਾਂ ਉਸ ਸਮੇਂ ਜਿਹੜਾ ਮੁੱਖ ਜੱਜ ਸੀ ਉਹ ਸੀ ਐਲੀਜ਼ਾ ਇੰਪੇ। ਤਾਂ ਪਹਿਲੀ ਮੁੱਖ ਜੱਜ ਕੌਣ ਸੀ? ਐਲੀਜ਼ਾ ਇੰਪੇ ਸੀ। ਇਹ ਤੁਸੀਂ ਨੋਟ ਡਾਊਨ ਕਰ ਲੈਣਾ ਹੈ, ਠੀਕ ਹੈ। ਤਾਂ ਇਸ ਤੋਂ ਬਾਅਦ ਆਪਾਂ ਦੇਖਦੇ ਹਾਂ ਅੱਗੇ 1935 ਦਾ ਭਾਰਤੀ ਸ਼ਾਸਨ ਅਧਿਨਿਯਮ। ਇਹ ਵੀ ਬਹੁਤ ਮਹੱਤਵਪੂਰਨ ਟੌਪਿਕ ਹੈ ਕਿਉਂਕਿ ਜਿਹੜਾ ਤੁਸੀਂ ਹੁਣ ਸੰਵਿਧਾਨ ਦੇਖ ਰਹੇ ਹੋ ਇਸ ਦਾ ਜਿਹੜਾ 60% ਹਿੱਸਾ ਹੈ ਇਹ 1935 ਦੇ ਭਾਰਤੀ ਸ਼ਾਸਨ ਅਧਿਨਿਯਮ ਤੋਂ ਲਿਆ ਗਿਆ ਹੈ। ਇਸ ਦੇ ਕੁਝ ਕੁ ਭਾਗ ਨੇ ਜਿਹੜੇ ਉਹ ਕੁਝ ਤਾਂ ਸੇਮ ਲਏ ਗਏ ਨੇ ਅਤੇ ਕੁਝ ਦੇ ਵਿੱਚ ਥੋੜਾ ਬਦਲਾਵ ਕਰ ਦਿੱਤਾ ਗਿਆ ਹੈ। ਇਹ ਕਾਫੀ ਇੰਪੋਰਟੈਂਟ ਟੌਪਿਕ ਰਹਿਣ ਵਾਲਾ ਹੈ। ਇਸ ਵਿੱਚ ਐਗਜ਼ਾਮ ਦੇ ਰਿਲੇਟਡ ਕਾਫੀ ਕੁਐਸਚਨਸ ਬਣਦੇ ਨੇ, ਇਸ ਲਈ ਤੁਸੀਂ ਇਸ ਨੂੰ ਧਿਆਨ ਨਾਲ ਦੇਖਣਾ ਹੈ। ਜਿਵੇਂ ਫੋਰ ਐਗਜ਼ਾਮਪਲ ਗੱਲ ਕੀਤੀ ਜਿਵੇਂ ਜਿਹੜਾ ਭਾਰਤੀ ਸੰਵਿਧਾਨ ਦਾ ਬਹੁਤ ਸਾਰਾ ਭਾਗ ਹੈ ਉਹ ਕਿਹੜੇ ਅਧਿਨਿਯਮ ਤੋਂ ਲਿਆ ਗਿਆ ਹੈ? ਤਾਂ ਉਹ ਲਿਆ ਗਿਆ 1935 ਦੇ ਭਾਰਤੀ ਸ਼ਾਸਨ ਅਧਿਨਿਯਮ ਤੋਂ। ਅਤੇ ਇਸੇ ਅਧਿਨਿਯਮ ਦੇ ਤਹਿਤ ਕੀ ਹੋਇਆ ਹੈ ਵੀਐਮਆਰ ਜਿਹੜਾ ਉਸ ਨੂੰ ਭਾਰਤ ਤੋਂ ਅਲੱਗ ਕਰ ਦਿੱਤਾ ਗਿਆ ਹੈ। ਅਤੇ ਇਸ ਦੇ ਅੰਤਰਗਤ ਹੀ ਹੋਰ ਕੀ ਹੋਇਆ ਭਾਰਤੀ ਰਿਜ਼ਰਵ ਬੈਂਕ ਦੀ ਵੀ ਸਥਾਪਨਾ ਕੀਤੀ ਗਈ। ਅਤੇ ਇਸ ਦੀ ਸਥਾਪਨਾ ਕਦੋਂ ਹੋਈ? ਤਾਂ ਜਿਹੜੀ ਇਸ ਦੀ ਸਥਾਪਨਾ ਸੀ ਉਹ ਹੋਈ ਸੀ 1 ਅਪ੍ਰੈਲ 1935 ਨੂੰ। ਅਤੇ ਇਹ ਕਿਸ ਦੇ ਤਹਿਤ ਹੋਈ ਸੀ? ਤਾਂ ਇਹ 1935 ਦੇ ਭਾਰਤੀ ਸ਼ਾਸਨ ਅਧਿਨਿਯਮ ਦੇ ਤਹਿਤ ਹੋਈ ਸੀ, ਠੀਕ ਹੈ। ਤਾਂ ਇੱਥੋਂ ਤੱਕ ਆਪਣਾ ਟੌਪਿਕ ਕਲੀਅਰ ਹੈ, ਸਾਰੇ ਸਟੂਡੈਂਟਸ ਨੂੰ ਸਮਝ ਆ ਗਿਆ ਹੋਣਾ, ਠੀਕ ਹੈ। ਇਸ ਤੋਂ ਬਾਅਦ ਆਪਾਂ ਦੇਖਦੇ ਹਾਂ 1946 ਈਸਵੀ ਦੇ ਵਿੱਚ ਕੈਬਨਿਟ ਮਿਸ਼ਨ ਦਾ ਗਠਨ। ਤਾਂ 1946 ਦੇ ਵਿੱਚ ਕੈਬਨਿਟ ਮਿਸ਼ਨ ਦਾ ਗਠਨ ਹੋ ਗਿਆ ਸੀ। ਤਾਂ ਤੁਸੀਂ ਹੁਣ ਜਿਹੜਾ ਆਪਾਂ ਜੇ ਫੋਰ ਐਗਜ਼ਾਮਪਲ ਗੱਲ ਕਰੀਏ ਜਿਵੇਂ ਤੁਸੀਂ ਹੁਣ ਜਿਹੜਾ ਆਧੁਨਿਕ ਸੰਵਿਧਾਨ ਦੇਖ ਰਹੇ ਹੋ ਅੱਜ ਦੇ ਟਾਈਮ ਦਾ ਤਾਂ ਇਹ ਇਸ ਗਠਨ ਦੇ ਅੰਤਰਗਤ ਹੀ ਬਣਿਆ ਹੈ। ਮਤਲਬ ਕਿ 1946 ਈਸਵੀ ਦੇ ਕੈਬਨਿਟ ਮਿਸ਼ਨ ਦੇ ਗਠਨ ਦੇ ਕਾਰਨ ਹੀ ਜਿਹੜਾ ਆਪਣਾ ਆਧੁਨਿਕ ਸੰਵਿਧਾਨ ਬਣਿਆ ਹੈ, ਠੀਕ ਹੈ। ਤਾਂ ਜੁਲਾਈ 1946 ਦੇ ਵਿੱਚ ਕੈਬਨਿਟ ਮਿਸ਼ਨ ਦੇ ਤਹਿਤ ਭਾਰਤੀ ਸੰਵਿਧਾਨ ਦੇ ਨਿਰਮਾਣ ਦੇ ਲਈ ਸੰਵਿਧਾਨ ਸਭਾ ਦਾ ਗਠਨ ਕੀਤਾ ਗਿਆ ਤਾਂ ਜੋ ਭਾਰਤ ਦਾ ਸੰਵਿਧਾਨ ਬਣਾਇਆ ਜਾ ਸਕੇ। ਤਾਂ ਹੁਣ ਆਪਾਂ ਅੱਗੇ ਗੱਲ ਕਰਦੇ ਹਾਂ ਸੰਵਿਧਾਨ ਸਭਾ ਦੇ ਮੈਂਬਰਾਂ ਦੀ ਕੁੱਲ ਸੰਖਿਆ। ਮਤਲਬ ਕਿ ਜਦੋਂ ਕੈਬਨਿਟ ਮਿਸ਼ਨ ਦਾ ਗਠਨ ਹੋ ਜਾਂਦਾ ਹੈ ਤਾਂ ਉਸ ਸਮੇਂ ਸੰਵਿਧਾਨ ਸਭਾ ਦੇ ਵਿੱਚ ਮੈਂਬਰਾਂ ਦੀ ਨਿਯੁਕਤੀ ਕੀਤੀ ਜਾਂਦੀ ਹੈ। ਤਾਂ ਸੰਵਿਧਾਨ ਸਭਾ ਦੇ ਮੈਂਬਰਾਂ ਦੀ ਜਿਹੜੀ ਕੁੱਲ ਸੰਖਿਆ ਸੀ ਇਹ ਕੁਐਸਚਨ ਐਗਜ਼ਾਮ ਦੇ ਵਿੱਚ ਕਾਫੀ ਵਾਰ ਰਿਪੀਟ ਹੋ ਚੁੱਕਿਆ ਹੈ ਕਿ ਸੰਵਿਧਾਨ ਸਭਾ ਦੇ ਮੈਂਬਰਾਂ ਦੀ ਜਿਹੜੀ ਕੁੱਲ ਸੰਖਿਆ ਉਹ ਕਿੰਨੀ ਹੁੰਦੀ ਹੈ। ਤਾਂ ਇਸ ਦੀ ਕੁੱਲ ਸੰਖਿਆ ਯਾਦ ਰੱਖਿਓ 389 ਜਿਹੜੀ ਸੰਵਿਧਾਨ ਸਭਾ ਦੇ ਮੈਂਬਰਾਂ ਦੀ ਕੁੱਲ ਸੰਖਿਆ ਹੁੰਦੀ ਹੈ। ਤੇ ਅੱਗੇ ਜਿਹੜੇ 389 ਮੈਂਬਰਾਂ ਦੇ ਵਿੱਚੋਂ ਜਿਹੜੇ 292 ਮੈਂਬਰ ਸੀ ਉਹ ਕਿੱਥੋਂ ਲਏ ਗਏ ਨੇ? ਤਾਂ ਉਹ ਬ੍ਰਿਟਿਸ਼ ਪ੍ਰਾਂਤਾਂ ਦੇ ਪ੍ਰਤੀਨਿਧੀ ਸੀ। ਬ੍ਰਿਟਿਸ਼ ਪ੍ਰਾਂਤਾਂ ਦੇ ਪ੍ਰਤੀਨਿਧੀ ਕਿਵੇਂ ਇਹ ਵੀ ਤੁਹਾਨੂੰ ਮੈਂ ਐਕਸਪਲੇਨ ਕਰ ਦਿੰਦਾ, ਠੀਕ ਹੈ। ਜਿਵੇਂ ਜਿਹੜਾ ਆਪਣਾ ਇਹ ਪੂਰਾ ਭਾਰਤ ਸੀ ਤਾਂ ਸਾਰੇ ਭਾਰਤ ਦੇ ਉੱਪਰ ਅੰਗਰੇਜ਼ਾਂ ਦਾ ਅਧਿਕਾਰ ਨਹੀਂ ਸੀ। ਲਗਭਗ ਜਿਹੜਾ ਭਾਰਤ ਦਾ 60% ਹਿੱਸਾ ਸੀ ਉਸ ਉੱਤੇ ਕੀ ਸੀ ਅੰਗਰੇਜ਼ਾਂ ਦਾ ਡਾਇਰੈਕਟ ਅਧਿਕਾਰ ਸੀ। ਮਤਲਬ ਕਿ ਗੱਲ ਕੀਤੀ ਜਾਵੇ ਅੰਗਰੇਜ਼ਾਂ ਦੀ ਤਾਂ ਅੰਗਰੇਜ਼ਾਂ ਦਾ ਸਿਰਫ ਭਾਰਤ ਉੱਤੇ 60% ਦਾ ਅਧਿਕਾਰ ਸੀ ਤੇ ਜਿਹੜਾ ਬਾਕੀ 40% ਹਿੱਸਾ ਸੀ ਉਸ ਉੱਤੇ ਰਾਜੇ ਹੋ ਗਏ, ਉੱਥੋਂ ਦੇ ਰਜਵਾੜੇ ਹੋ ਗਏ, ਠੀਕ ਹੈ। ਜਿਹੜੀਆਂ ਆਪਾਂ ਇਹਨਾਂ ਨੂੰ ਦੇਸੀ ਰਿਆਸਤਾਂ ਵੀ ਕਹਿ ਦਿੰਦੇ ਆ ਉਹਨਾਂ ਦਾ ਅਧਿਕਾਰ ਸੀ। ਕਿਤੇ ਪੁਰਤਗਾਲ ਦੇ ਕਿਤੇ ਫਰਾਂਸ ਦਾ ਵੀ ਅਧਿਕਾਰ ਵਿੱਚ ਰਿਹਾ ਹੈ, ਠੀਕ ਹੈ। ਮਤਲਬ ਕਿ 60% ਹਿੱਸਾ ਜਿਹੜਾ ਉਹ ਸਿੱਧਾ ਹੀ ਅੰਗਰੇਜ਼ਾਂ ਦੇ ਅਧੀਨ ਆਉਂਦਾ ਸੀ ਤੇ ਇਸ ਨੂੰ ਆਪਾਂ ਕਿਸ ਨੂੰ ਕੀ ਕਹਿ ਦਿੰਦੇ ਆ? ਇਸ ਨੂੰ ਆਪਾਂ ਬ੍ਰਿਟਿਸ਼ ਪ੍ਰਾਂਤ ਕਹਿ ਦਿੰਦੇ ਆ ਜਿਸ ਦੇ ਵਿੱਚ 60% ਹਿੱਸਾ ਅੰਗਰੇਜ਼ਾਂ ਦੇ ਅਧਿਕਾਰ ਦੇ ਵਿੱਚ ਆਉਂਦਾ ਸੀ ਤੇ ਬਾਕੀਆਂ ਜਿਹੜੀਆਂ ਇਹ ਦੇਸੀ ਰਿਆਸਤਾਂ ਸੀ ਇਹਨਾਂ ਤੇ ਕੀ ਸੀ? ਇਹਨਾਂ ਤੇ ਰਾਜੇ ਤੇ ਰਜਵਾੜਿਆਂ ਦਾ ਅਧਿਕਾਰ ਸੀ। ਜਿਵੇਂ ਰਾਜਸਥਾਨ ਹੋ ਗਿਆ, ਠੀਕ ਹੈ, ਮੱਧ ਪ੍ਰਦੇਸ਼ ਹੋ ਗਿਆ ਅਤੇ ਉਹਨਾਂ ਤੋਂ ਜਿਹੜੇ ਰਾਜੇ ਰਜਵਾੜਿਆਂ ਦਾ ਅਧਿਕਾਰ ਸੀ, ਠੀਕ ਹੈ। ਇਸ ਲਈ ਇਸ ਨੂੰ ਕਿਸੇ ਆਪਾਂ ਕੀ ਕਹਿ ਦੇਵਾਂਗੇ? ਦੇਸੀ ਰਿਆਸਤਾਂ ਕਹਿ ਦੇਵਾਂਗੇ ਜਿਨ੍ਹਾਂ ਉੱਤੇ ਦੇਸੀ ਰਾਜੇ ਰਜਵਾੜਿਆਂ ਦਾ ਅਧਿਕਾਰ ਸੀ, ਠੀਕ ਹੈ। ਇਸ ਲਈ ਜਦੋਂ ਆਪਣੇ ਭਾਰਤ ਦੇ ਸੰਵਿਧਾਨ ਬਣਿਆ ਤਾਂ ਉਸ ਵਿੱਚ ਕੀ ਹੋਇਆ? ਤਾਂ ਉਸ ਦੇ ਵਿੱਚ ਟੋਟਲ 292 ਬ੍ਰਿਟਿਸ਼ ਪ੍ਰਾਂਤਾਂ ਦੇ ਪ੍ਰਤੀਨਿਧੀ ਚੁਣੇ ਗਏ, ਠੀਕ ਹੈ, ਤੇ 93 ਦੇਸੀ ਰਿਆਸਤਾਂ ਦੇ ਰਾਜੇ ਰਜਵਾੜੇ ਚੁਣੇ ਗਏ ਤੇ 4 ਚੀਫ ਕਮਿਸ਼ਨਰ ਵੀ ਚੁਣੇ ਗਏ, ਠੀਕ ਹੈ। ਤਾਂ ਇਹ ਜਿਹੜੀ ਸੰਖਿਆ ਇਹ ਐਗਜ਼ਾਮ ਦੇ ਵਿੱਚ ਕਾਫੀ ਵਾਰ ਪੁੱਛੀ ਗਈ ਹੈ ਤਾਂ ਤੁਸੀਂ ਇਹ ਨੋਟ ਡਾਊਨ ਕਰ ਲੈਣੀ ਹੈ ਕਿ ਕਿੰਨੇ ਮੈਂਬਰ ਉਸ ਦੇ ਵਿੱਚ ਨਾਮਜ਼ਦ ਕੀਤੇ ਗਏ ਸੀ, ਠੀਕ ਹੈ। ਤਾਂ ਜ਼ਿਆਦਾਤਰ ਇਹ ਜਿਹੜੇ ਕੁਐਸਚਨ ਇਸ ਤਰੀਕੇ ਦਾ ਹੀ ਪੁੱਛਿਆ ਜਾਂਦਾ ਹੈ, ਠੀਕ ਹੈ। ਤਾਂ ਬ੍ਰਿਟਿਸ਼ ਪ੍ਰਾਂਤਾਂ ਦੇ ਪ੍ਰਤੀਨਿਧੀ ਕਿੰਨੇ ਸੀ ਆਪਣੇ ਕੋਲ? ਤਾਂ ਯਾਦ ਰੱਖਣਾ ਹੈ 292 ਤੇ 93 ਸੀ ਦੇਸੀ ਰਿਆਸਤਾਂ ਦੇ ਤੇ ਕੁੱਲ ਕਿੰਨੇ ਸੀ? ਟੋਟਲ 389 ਮੈਂਬਰ ਸੀ। ਤਾਂ ਤੁਸੀਂ ਯਾਦ ਰੱਖਣਾ ਹੈ, ਠੀਕ ਹੈ। ਤਾਂ ਇਸ ਤੋਂ ਬਾਅਦ ਆਪਾਂ ਦੇਖਦੇ ਹਾਂ ਅੱਗੇ ਸੰਵਿਧਾਨ ਸਭਾ ਦੀ ਕਾਰਵਾਈ, ਠੀਕ ਹੈ। ਤਾਂ ਮਤਲਬ ਕਿ ਜਦੋਂ ਕੈਬਨਿਟ ਮਿਸ਼ਨ ਦਾ ਗਠਨ ਹੋ ਜਾਂਦਾ ਹੈ ਤਾਂ ਉਸ ਤੋਂ ਬਾਅਦ ਸੰਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੋ ਜਾਂਦੀ ਹੈ, ਸੰਵਿਧਾਨ ਸਭਾ ਦਾ ਬਣਨਾ ਸ਼ੁਰੂ ਹੋ ਜਾਂਦਾ ਹੈ, ਠੀਕ ਹੈ। ਤਾਂ ਉਸ ਤੋਂ ਬਾਅਦ ਕੀ ਹੁੰਦਾ ਹੈ?
ਤਾਂ ਆਪਣਾ ਜਿਹੜਾ ਇਹ ਸੰਵਿਧਾਨ ਸੀ ਉਹ ਬਣਿਆ ਕਿਵੇਂ ਸੀ, ਤਾਂ ਇਸ ਵਿੱਚ ਤੁਹਾਨੂੰ 3 ਤਾਰੀਖਾਂ ਯਾਦ ਰੱਖਣੀਆਂ ਪੈਣਗੀਆਂ। ਮੇਨਲੀ 3 ਡੇਟਸ ਨੇ ਜਿਨ੍ਹਾਂ ਦੇ ਨਾਲ ਹੀ ਆਪਣਾ ਪੂਰਾ ਸੰਵਿਧਾਨ ਹੋਂਦ ਦੇ ਵਿੱਚ ਆਇਆ ਹੈ। ਠੀਕ ਹੈ, ਇੱਕ ਤਾਂ ਤੁਹਾਨੂੰ ਯਾਦ ਰੱਖਣੀ ਪਵੇਗੀ 9 ਦਸੰਬਰ 1946। ਠੀਕ ਹੈ, 9 ਦਸੰਬਰ 1946 ਤੇ ਇਸ ਡੇਟ ਵਿੱਚ ਜੇਕਰ ਆਪਾਂ 2 ਹੋਰ ਪਲੱਸ ਕਰ ਦਈਏ, 2 ਹੋਰ ਜੋੜ ਦਈਏ ਤਾਂ 11 ਦਸੰਬਰ 1946 ਤੇ ਇਸੇ ਡੇਟ ਦੇ ਵਿੱਚ ਆਪਾਂ 2 ਹੋਰ ਜੋੜ ਦੇਵਾਂਗੇ ਤਾਂ ਬਣ ਗਿਆ 13 ਦਸੰਬਰ 1946। ਤਾਂ ਇਹ ਜਿਹੜੀਆਂ ਤਿੰਨੋਂ ਡੇਟਸ ਨੇ ਇਹ ਬਹੁਤ ਵਾਰੀ ਐਗਜ਼ਾਮ ਦੇ ਵਿੱਚ ਪੁੱਛੀਆਂ ਜਾ ਚੁੱਕੀਆਂ ਨੇ। ਇਹਨਾਂ ਤਰੀਕਾਂ ਨੂੰ ਤੁਹਾਨੂੰ ਰੱਟਾ ਮਾਰਨ ਦੀ ਜ਼ਰੂਰਤ ਨਹੀਂ, ਇਹ ਮੈਂ ਤੁਹਾਨੂੰ ਆਪੇ ਹੀ ਯਾਦ ਕਰਵਾ ਦੇਵਾਂਗਾ। ਬਸ ਵੀਡੀਓ ਨੂੰ ਤੁਸੀਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਣਾ ਹੈ। ਤਾਂ ਸ਼ੁਰੂਆਤ ਕਰਦੇ ਹਾਂ ਆਪਾਂ 9 ਦਸੰਬਰ 1946 ਤੋਂ। ਤਾਂ ਇਹ ਬਹੁਤ ਹੀ ਮਹੱਤਵਪੂਰਨ ਦਿਨ ਸੀ ਜਦੋਂ 9 ਦਸੰਬਰ 1946 ਦਾ ਦਿਨ ਆਇਆ ਸੀ। ਕਿਉਂਕਿ ਇਸ ਦਿਨ ਕੀ ਹੋਇਆ ਸੀ, ਕਿਉਂਕਿ ਇਸ ਦਿਨ ਸੰਵਿਧਾਨ ਸਭਾ ਦੀ ਜਿਹੜੀ ਪਹਿਲੀ ਬੈਠਕ ਹੋਈ ਸੀ। ਤਾਂ ਐਗਜ਼ਾਮ ਦੇ ਵਿੱਚ ਕੁਐਸਚਨ ਬਣਦਾ ਹੈ ਕਿ ਸੰਵਿਧਾਨ ਸਭਾ ਦੀ ਪਹਿਲੀ ਬੈਠਕ ਕਦੋਂ ਹੋਈ, ਤਾਂ ਉਹ ਹੋਈ ਸੀ 9 ਦਸੰਬਰ 1946 ਨੂੰ। ਠੀਕ ਹੈ, ਤਾਂ ਉਸ ਵਿੱਚ ਆਪਣਾ ਜਿਹੜਾ ਸੰਵਿਧਾਨ ਕਿਵੇਂ ਬਣੇਗਾ, ਉਸ ਦੀ ਰੂਪ ਰੇਖਾ ਕਿਵੇਂ ਦੀ ਹੋਵੇਗੀ, ਇਸ ਬਾਰੇ ਸਭ ਕੁਝ ਡਿਸਕਸ ਕੀਤਾ ਗਿਆ ਸੀ ਜਿਹੜੀ ਸੰਵਿਧਾਨ ਸਭਾ ਦੀ ਪਹਿਲੀ ਬੈਠਕ ਹੋਈ ਸੀ। ਅਤੇ ਇਸ ਬੈਠਕ ਦੀ ਗੱਲ ਕੀਤੀ ਜਾਵੇ ਤਾਂ ਇਹ ਜਿਹੜੀ ਬੈਠਕ ਹੋਈ ਸੀ, ਇਸ ਦੇ ਵਿਰੁੱਧ ਨਾ ਜਿਹੜੇ ਮੁਸਲਿਮ ਲੋਕ ਸੀ ਉਹ ਜਿਹੜੀ ਇਸ ਬੈਠਕ ਦੇ ਖਿਲਾਫ ਸੀ। ਤਾਂ ਦੋਸਤੋ ਕਈ ਵਾਰ ਐਗਜ਼ਾਮ ਦੇ ਵਿੱਚ ਪੁੱਛਿਆ ਜਾਂਦਾ ਹੈ ਕਿ ਸੰਵਿਧਾਨ ਦੀ ਜਿਹੜੀ ਪਹਿਲੀ ਬੈਠਕ ਦੇ ਖਿਲਾਫ ਕੌਣ ਸਨ, ਤਾਂ ਤੁਸੀਂ ਯਾਦ ਰੱਖਣਾ ਹੈ ਉਸ ਸਮੇਂ ਜਿਹੜੇ ਮੁਸਲਿਮ ਲੀਗ ਦੇ ਲੋਕ ਸੀ ਉਹ ਇਸ ਬੈਠਕ ਦੇ ਖਿਲਾਫ ਸੀ। ਤਾਂ ਹੁਣ ਅੱਗੇ ਕੁਐਸਚਨ ਬਣ ਜਾਂਦਾ ਕਿ ਜਿਹੜੇ ਮੁਸਲਿਮ ਲੋਕ ਸੀ ਇਸ ਬੈਠਕ ਦੇ ਖਿਲਾਫ ਕਿਉਂ ਸੀ, ਇਹ ਵੀ ਮੈਂ ਤੁਹਾਨੂੰ ਐਕਸਪਲੇਨ ਕਰ ਦਿੰਦਾ। ਕਿਉਂਕਿ ਉਹ ਅਲੱਗ ਦੇਸ਼ ਦੀ ਮੰਗ ਕਰ ਰਹੇ ਸੀ, ਮਤਲਬ ਕਿ ਜਿਹੜਾ ਪਾਕਿਸਤਾਨ ਬਣਿਆ ਤਾਂ ਉਹ ਪਾਕਿਸਤਾਨ ਦੀ ਮੰਗ ਕਰ ਰਹੇ ਸੀ ਉਸ ਟਾਈਮ। ਤਾਂ ਕਰਕੇ ਜਿਹੜੇ ਮੁਸਲਿਮ ਲੋਕ ਸੀ ਉਹ ਇਸ ਸੰਵਿਧਾਨ ਸਭਾ ਦੇ ਖਿਲਾਫ ਹੋ ਗਏ। ਜਦੋਂ ਇਸ ਸੰਵਿਧਾਨ ਸਭਾ ਦੀ ਬੈਠਕ ਹੁੰਦੀ ਹੈ ਤਾਂ ਇਸ ਵਿੱਚ ਇੱਕ ਪ੍ਰਧਾਨ ਵੀ ਚੁਣਨਾ ਚਾਹੁੰਦੇ, ਮਤਲਬ ਕਿ ਕਿਉਂਕਿ ਇੱਕ ਪ੍ਰਧਾਨ ਤਾਂ ਜ਼ਰੂਰੀ ਸੀ, ਬਟ ਜਦੋਂ ਮੁਸਲਿਮ ਲੋਕ ਇਸ ਸਭਾ ਦੇ ਖਿਲਾਫ ਹੋ ਗਏ ਤਾਂ ਸਭਾ ਨੇ ਸੋਚਿਆ ਕਿ ਪਹਿਲਾਂ ਇੱਕ ਅਸਥਾਈ ਪ੍ਰਧਾਨ ਚੁਣ ਲਿਆ ਜਾਵੇ, ਉਸ ਤੋਂ ਬਾਅਦ ਹੀ ਆਪਾਂ ਕਿਸੇ ਸਥਾਈ ਪ੍ਰਧਾਨ ਦੀ ਚੋਣ ਕਰਾਂਗੇ। ਤਾਂ ਸੰਵਿਧਾਨ ਸਭਾ ਨੇ ਕੀ ਕੀਤਾ, ਤਾਂ ਸੰਵਿਧਾਨ ਸਭਾ ਨੇ ਨਿਰਣੇ ਕੀਤਾ ਕਿ ਸਭ ਤੋਂ ਬਜ਼ੁਰਗ ਬੰਦਾ ਜਿਹੜਾ ਉਸ ਟਾਈਮ ਜਿਹੜਾ ਸਭ ਤੋਂ ਬਜ਼ੁਰਗ ਮੈਂਬਰ ਸੀ ਉਸ ਨੂੰ ਕੀ ਕੀਤਾ ਜਾਵੇ, ਇਸ ਬੈਠਕ ਇਸ ਸਭਾ ਦਾ ਅਸਥਾਈ ਮੈਂਬਰ ਨਿਯੁਕਤ ਕੀਤਾ ਜਾਵੇ। ਤਾਂ ਉਹਨਾਂ ਸਾਰਿਆਂ ਨੇ ਮਿਲ ਕੇ ਕੀ ਕੀਤਾ, ਤਾਂ ਸਭ ਤੋਂ ਬਜ਼ੁਰਗ ਮੈਂਬਰ ਸਚਿਦਾਨੰਦ ਸਿਨਹਾ, ਜੋ ਕਿ ਸਾਰਿਆਂ ਤੋਂ ਸੀਨੀਅਰ ਸੀ, ਸਚਿਦਾਨੰਦ ਸਿਨਹਾ, ਉਹਨਾਂ ਨੂੰ ਉਹਨਾਂ ਟਾਈਮ ਕੀ ਕਰਤਾ, ਅਸਥਾਈ ਮੈਂਬਰ ਦੇ ਪ੍ਰਧਾਨ ਦੇ ਤੌਰ ਤੇ ਨਿਯੁਕਤ ਕਰ ਦਿੱਤਾ, ਜਿੰਨਾ ਟਾਈਮ ਕਿ ਕੋਈ ਸਥਾਈ ਪ੍ਰਧਾਨ ਨਾ ਚੁਣ ਲਿਆ ਜਾਵੇ। ਠੀਕ ਹੈ, ਤਾਂ ਇੱਥੇ ਤੱਕ ਆਪਣਾ ਟੌਪਿਕ ਕਲੀਅਰ ਹੈ। ਤਾਂ ਉਸ ਤੋਂ 2 ਦਿਨ ਬਾਅਦ ਹੀ ਕੀ ਹੁੰਦਾ ਹੈ, 11 ਦਸੰਬਰ 1946 ਨੂੰ, ਤਾਂ 11 ਦਸੰਬਰ 1946 ਨੂੰ ਡਾਕਟਰ ਰਾਜਿੰਦਰ ਪ੍ਰਸਾਦ ਨੂੰ, ਜਿਹੜੀ ਰਾਜਿੰਦਰ ਪ੍ਰਸਾਦ ਸੀ ਉਹਨਾਂ ਨੂੰ ਸੰਵਿਧਾਨ ਸਭਾ ਦਾ ਕੀ ਹੈ, ਸਥਾਈ ਪ੍ਰਧਾਨ ਚੁਣ ਲਿਆ ਜਾਂਦਾ ਹੈ। ਠੀਕ ਹੈ, 11 ਦਸੰਬਰ 1946 ਨੂੰ 2 ਦਿਨ ਬਾਅਦ ਇਹ ਕੀ ਹੈ, ਸਥਾਈ ਪ੍ਰਧਾਨ ਚੁਣ ਲਿਆ ਜਾਂਦਾ ਹੈ। ਇਹ ਦੋਨੋਂ ਕੁਐਸਚਨ ਕਾਫੀ ਇੰਪੋਰਟੈਂਟ ਰਹਿਣ ਵਾਲੇ ਨੇ ਐਗਜ਼ਾਮ ਦੇ ਲਈ। ਯਾਦ ਰੱਖਿਓ, ਜਦੋਂ ਤੁਹਾਡੇ ਤੋਂ ਇਹ ਪੁੱਛਿਆ ਜਾਵੇ ਕਿ ਸੰਵਿਧਾਨ ਸਭਾ ਦਾ ਅਸਥਾਈ ਪ੍ਰਧਾਨ ਕੌਣ ਸੀ, ਤਾਂ ਤੁਹਾਡਾ ਆਨਸਰ ਰਹੇਗਾ ਡਾਕਟਰ ਸਚਿਦਾਨੰਦ ਸਿਨਹਾ। ਤੇ ਜਦੋਂ ਇਹ ਪੁੱਛਿਆ ਜਾਵੇ ਕਿ ਸੰਵਿਧਾਨ ਸਭਾ ਦਾ ਸਥਾਈ ਪ੍ਰਧਾਨ ਕੌਣ ਸੀ, ਤਾਂ ਤੁਹਾਡਾ ਆਨਸਰ ਰਹੇਗਾ ਡਾਕਟਰ ਰਾਜਿੰਦਰ ਪ੍ਰਸਾਦ। ਠੀਕ ਹੈ, ਤਾਂ ਇਸ ਤੋਂ ਬਾਅਦ ਅੱਗੇ 13 ਦਸੰਬਰ 1946 ਨੂੰ ਕੀ ਹੁੰਦਾ ਹੈ, ਤਾਂ 13 ਦਸੰਬਰ 1946 ਨੂੰ ਸਭਾ ਦੇ ਜਿਹੜੇ ਸਾਹਮਣੇ ਉਪਦੇਸ਼ ਪ੍ਰਸਤਾਵ ਪੇਸ਼ ਕੀਤਾ ਜਾਂਦਾ ਹੈ। ਕੀ ਪੇਸ਼ ਕੀਤਾ ਜਾਂਦਾ ਹੈ, ਉਪਦੇਸ਼ ਪ੍ਰਸਤਾਵ ਪੇਸ਼ ਕੀਤਾ ਜਾਂਦਾ ਹੈ। ਇਸ ਨੂੰ ਭਾਰਤ ਦੀ ਪ੍ਰਸਤਾਵਨਾ ਵੀ ਕਿਹਾ ਜਾਂਦਾ ਹੈ। ਠੀਕ ਹੈ, ਭਾਰਤ ਦੀ ਕੀ ਕਿਹਾ ਜਾਂਦਾ ਹੈ, ਪ੍ਰਸਤਾਵਨਾ ਵੀ ਕਿਹਾ ਜਾਂਦਾ ਹੈ। ਅਤੇ ਇਸ ਦੇ ਨਾਲ ਹੀ ਕੀ ਹੁੰਦਾ ਹੈ, ਸੰਵਿਧਾਨ ਸਭਾ ਦੀ ਜਿਹੜੀ ਕਾਰਵਾਈ ਹੈ ਉਹ ਸ਼ੁਰੂ ਹੋ ਜਾਂਦੀ ਹੈ। ਠੀਕ ਹੈ, ਤਾਂ ਇਹ ਪ੍ਰਸ਼ਨ ਵੀ ਕਈ ਵਾਰ ਐਗਜ਼ਾਮ ਦੇ ਵਿੱਚ ਪੁੱਛਿਆ ਜਾ ਚੁੱਕਿਆ ਹੈ ਕਿ ਪੰਡਿਤ ਜਵਾਹਰ ਲਾਲ ਨਹਿਰੂ ਨੇ ਉਪਦੇਸ਼ ਪ੍ਰਸਤਾਵ ਕਦੋਂ ਪੇਸ਼ ਕੀਤਾ ਸੀ, ਤਾਂ ਉਹਨਾਂ ਨੇ ਜਿਹੜਾ ਉਪਦੇਸ਼ ਪ੍ਰਸਤਾਵ ਸੀ ਉਹ 13 ਦਸੰਬਰ 1946 ਨੂੰ ਪੇਸ਼ ਕੀਤਾ ਸੀ। ਤੇ ਤਾਂ ਤੁਸੀਂ ਇਹ ਕੁਐਸਚਨ ਵੀ ਨੋਟ ਡਾਊਨ ਕਰ ਲੈਣਾ ਹੈ। ਠੀਕ ਹੈ, ਤਾਂ ਇਸ ਤੋਂ ਬਾਅਦ ਆਪਾਂ ਦੇਖਦੇ ਹਾਂ ਜਿਹੜੇ ਸੰਵਿਧਾਨ ਸਭਾ ਦੇ ਜਿਹੜੇ ਪ੍ਰਮੁੱਖ ਸਮਿਤੀਆਂ ਦੇ ਮੈਂਬਰ ਸੀ ਉਹ ਕੌਣ-ਕੌਣ ਚੁਣੇ ਗਏ ਸੀ। ਠੀਕ ਹੈ, ਤਾਂ ਇਹ ਸਾਰੇ ਜਿਹੜੇ ਕੁਐਸਚਨ ਨੇ ਇਹ ਕਾਫੀ ਇੰਪੋਰਟੈਂਟ ਰਹਿਣ ਵਾਲੇ ਨੇ। ਇਹ ਪ੍ਰਸ਼ਨ ਐਗਜ਼ਾਮ ਦੇ ਵਿੱਚ ਡਾਇਰੈਕਟ ਹੀ ਪੁੱਛ ਲਏ ਜਾਂਦੇ ਨੇ। ਤਾਂ ਇਹ ਜਿਹੜੇ ਕੁਐਸਚਨ ਇਹ ਚੰਗੀ ਤਰ੍ਹਾਂ ਤੁਸੀਂ ਯਾਦ ਰੱਖ ਲੈਣੇ ਜਾਂ ਕਿਸੇ ਨੋਟਬੁੱਕ ਤੇ ਨੋਟ ਡਾਊਨ ਕਰ ਲੈਣੇ ਨੇ। ਠੀਕ ਹੈ, ਤਾਂ ਜਿਹੜੀ ਇਹ ਸੰਚਾਲਨ ਸਮਿਤੀ ਹੈ ਤਾਂ ਉਸ ਦੇ ਪ੍ਰਧਾਨ ਕੌਣ ਨੇ, ਤਾਂ ਉਸ ਦੇ ਪ੍ਰਧਾਨ ਰਹਿਣ ਵਾਲੇ ਨੇ ਡਾਕਟਰ ਰਾਜਿੰਦਰ ਪ੍ਰਸਾਦ। ਅੱਗੇ ਗੱਲ ਕੀਤੀ ਜਾਵੇ ਪ੍ਰਾਰੂਪ ਸਮਿਤੀ ਦੇ ਪ੍ਰਧਾਨ ਦੀ, ਮਤਲਬ ਕਿ ਡਰਾਫਟਿੰਗ ਕਮੇਟੀ ਦੇ ਪ੍ਰਧਾਨ, ਇਸ ਨੂੰ ਆਪਾਂ ਕੀ ਕਹਿ ਦਿੰਦੇ ਆ, ਡਰਾਫਟਿੰਗ ਕਮੇਟੀ ਵੀ ਕਹਿ ਦਿੰਦੇ ਆ।
ठीक है। ਤਾਂ ਇਸ ਜਿਹੜੀ ਪ੍ਰਾਰੂਪ ਕੀ ਹੈ, ਜਿਹੜਾ ਸੰਵਿਧਾਨ ਦੀ ਰੂਪ ਰੇਖਾ ਸੀ ਇਹ ਕਿਵੇਂ ਦੀ ਹੋਵੇਗੀ, ਇਸ ਨੂੰ ਬਣਾਉਣਾ ਕਿਵੇਂ ਹੈ, ਤਾਂ ਇਹ ਤਾਂ ਸਭ ਨੂੰ ਪਤਾ ਹੀ ਹੈ ਕਿ ਜਿਹੜਾ ਡਾਕਟਰ ਭੀਮ ਰਾਓ ਅੰਬੇਦਕਰ ਨੇ ਇਹ ਪ੍ਰਾਰੂਪ ਸਮਿਤੀ ਦੇ ਪ੍ਰਧਾਨ ਨੇ, ਕਿਉਂਕਿ ਜਿਹੜਾ ਵੀ ਇਹਨਾਂ ਨੇ ਜੋ ਵੀ ਸੰਵਿਧਾਨ ਦਾ ਰੂਪ ਰੇਖਾ ਸੀ ਉਹ ਡਾਕਟਰ ਅੰਬੇਦਕਰ ਨੇ ਤਿਆਰ ਕੀਤੀ ਸੀ, ਠੀਕ ਹੈ। ਤਾਂ ਪ੍ਰਾਰੂਪ ਸਮਿਤੀ ਦੇ ਪ੍ਰਧਾਨ ਕੌਣ ਰਹਿਣਗੇ, ਤਾਂ ਡਾਕਟਰ ਭੀਮ ਰਾਓ ਅੰਬੇਦਕਰ। ਅੱਗੇ ਆਪਾਂ ਤੀਸਰਾ ਦੇਖਦੇ ਹਾਂ, ਪ੍ਰਾਂਤ ਸੰਵਿਧਾਨ ਸਮਿਤੀ। ਪ੍ਰਾਂਤ ਸੰਵਿਧਾਨ ਸਮਿਤੀ, ਪ੍ਰਾਂਤ ਦਾ ਮਤਲਬ ਹੋ ਗਿਆ ਆਪਣੇ ਕੋਲ ਰਾਜ, ਠੀਕ ਹੈ। ਅੱਜ ਦੇ ਟਾਈਮ ਦੇ ਵਿੱਚ ਆਪਾਂ ਗੱਲ ਕੀਤੀ ਜਾਵੇ ਤਾਂ ਪ੍ਰਾਂਤ ਨੂੰ ਆਪਾਂ ਰਾਜ ਕਹਿ ਦਿੰਦੇ ਹਾਂ, ਬਟ ਪਹਿਲਾਂ ਕੀ ਹੁੰਦਾ ਸੀ, ਬਟ ਪਹਿਲਾਂ ਭਾਰਤ ਜਿਹੜਾ ਪ੍ਰਾਂਤਾਂ ਦੇ ਵਿੱਚ ਵੰਡਿਆ ਹੋਇਆ ਸੀ, ਤਾਂ ਇਹਨਾਂ ਪ੍ਰਾਂਤਾਂ ਨੂੰ ਇਕਜੁੱਟ ਕਿਸਨੇ ਕੀਤਾ ਸੀ, ਤਾਂ ਐਗਜ਼ਾਮ ਦੇ ਵਿੱਚ ਸਿੱਧਾ ਹੀ ਕੁਐਸਚਨ ਬਣ ਜਾਂਦਾ। ਤਾਂ ਇਹਨਾਂ ਪ੍ਰਾਂਤਾਂ ਨੂੰ ਇਕਜੁੱਟ ਕਰਨ ਦਾ ਜਿਹੜਾ ਸਹਿਰਾ ਉਹ ਸਰਦਾਰ ਵੱਲਭ ਭਾਈ ਪਟੇਲ ਨੂੰ ਦਿੱਤਾ ਜਾਂਦਾ ਹੈ, ਠੀਕ ਹੈ। ਉਹਨਾਂ ਨੂੰ ਕੀ ਸੀ, ਉਹਨਾਂ ਨੇ ਜਿਹੜੇ ਪ੍ਰਾਂਤ ਸੰਵਿਧਾਨ ਉਹਨਾਂ ਨੇ ਕੀ ਕੀਤਾ ਸੀ, ਤਾਂ ਸਾਰੇ ਪ੍ਰਾਂਤਾਂ ਨੂੰ ਇਕਜੁੱਟ ਕੀਤਾ ਸੀ। ਤਾਂ ਇਸ ਲਈ ਜਿਹੜੀ ਪ੍ਰਾਂਤ ਸੰਵਿਧਾਨ ਸਮਿਤੀ ਦੇ ਪ੍ਰਧਾਨ ਨੇ ਤਾਂ ਸਰਦਾਰ ਵੱਲਭ ਭਾਈ ਪਟੇਲ ਨੂੰ ਕਿਹਾ ਜਾਂਦਾ ਹੈ। ਇਸ ਤੋਂ ਬਾਅਦ ਆਪਾਂ ਦੇਖਦੇ ਹਾਂ ਅੱਗੇ ਸੰਘ ਸੰਵਿਧਾਨ ਸਮਿਤੀ। ਸੰਘ ਦਾ ਮਤਲਬ ਹੋ ਗਿਆ ਆਪਣੇ ਕੋਲ ਕੇਂਦਰ। ਤਾਂ ਆਪਣੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਸੰਘ ਸੰਵਿਧਾਨ ਸਮਿਤੀ ਦੇ ਪ੍ਰਧਾਨ ਨੇ, ਠੀਕ ਹੈ, ਸੰਘ ਸੰਵਿਧਾਨ ਸਮਿਤੀ ਦੇ। ਤੇ ਅੱਗੇ ਜਿਹੜੇ ਕੌਮੀ ਝੰਡਾ ਸਮਿਤੀ ਬਣੀ ਸੀ ਤਾਂ ਉਸ ਦੇ ਪ੍ਰਧਾਨ ਵੀ ਕੌਣ ਰਹੇ ਨੇ, ਤਾਂ ਉਸ ਦੇ ਪ੍ਰਧਾਨ ਵੀ ਡਾਕਟਰ ਰਾਜਿੰਦਰ ਪ੍ਰਸਾਦ ਹੀ ਰਹੇ ਨੇ, ਠੀਕ ਹੈ। ਤਾਂ ਤੁਸੀਂ ਇਹ ਯਾਦ ਰੱਖਣਾ ਹੈ। ਉਸ ਤੋਂ ਬਾਅਦ ਆਪਾਂ ਦੇਖਦੇ ਹਾਂ, ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮੁਸਲਿਮ ਲੀਗ ਦੇ ਜਿਹੜੇ ਲੋਕ ਸੀ ਉਹ ਇਸ ਸੰਵਿਧਾਨ ਸਭਾ ਦੇ ਖਿਲਾਫ ਹੋ ਗਏ ਸੀ, ਕਿਉਂਕਿ ਇਹ ਅਲੱਗ ਦੇਸ਼ ਦੀ ਮੰਗ ਕਰ ਰਹੇ ਸੀ, ਹਨਾ। ਤਾਂ ਆਖਿਰਕਾਰ ਉਹ ਦਿਨ ਵੀ ਆ ਗਿਆ ਜਦੋਂ ਕੀ ਸੀ 3 ਜੂਨ 1947 ਨੂੰ, ਠੀਕ ਹੈ, 3 ਜੂਨ 1947 ਨੂੰ ਇਹ ਘੋਸ਼ਣਾ ਕਰ ਦਿੱਤੀ ਗਈ ਭਾਰਤ ਦਾ ਬਟਵਾਰਾ ਹੋਵੇਗਾ। ਤਾਂ ਇਹ ਇੱਥੇ ਇੱਕ ਕੁਐਸਚਨ ਹੋਰ ਬਣ ਜਾਵੇਗਾ ਕਿ ਭਾਰਤ ਦੇ ਜਿਹੜੇ ਬਟਵਾਰੇ ਦੀ ਘੋਸ਼ਣਾ ਸੀ ਉਹ ਕਦੋਂ ਕੀਤੀ ਗਈ ਸੀ, ਤਾਂ ਉਹ ਕੀਤੀ ਗਈ ਸੀ 3 ਜੂਨ 1947 ਨੂੰ, ਠੀਕ ਹੈ। 3 ਜੂਨ 1947 ਨੂੰ ਬਟਵਾਰੇ ਦੀ ਘੋਸ਼ਣਾ ਕੀਤੀ ਗਈ ਸੀ। ਤਾਂ ਭਾਰਤ ਜਿਹੜਾ ਉਹ ਆਪਣਾ ਆਜ਼ਾਦੀ ਦਿਵਸ ਹੈ ਜਿਹੜਾ ਉਹ ਕਦੋਂ ਮਨਾਉਂਦਾ ਹੈ, ਤਾਂ ਉਹ ਮਨਾਉਂਦਾ ਹੈ 15 ਅਗਸਤ 1947 ਨੂੰ, ਮਤਲਬ ਕਿ ਅੱਜ ਦੇ ਦਿਨ, ਠੀਕ ਹੈ। 15 ਅਗਸਤ 1947 ਨੂੰ ਕੀ ਹੈ, ਭਾਰਤ ਆਪਣਾ ਆਜ਼ਾਦੀ ਦਿਵਸ ਮਨਾਉਂਦਾ ਹੈ। ਅਤੇ ਪਾਕਿਸਤਾਨ ਹੈ ਜਿਹੜਾ ਉਹ ਆਪਣਾ ਆਜ਼ਾਦੀ ਦਿਵਸ ਕਦੋਂ ਮਨਾਵੇਗਾ, ਤਾਂ ਉਹ ਮਨਾਵੇਗਾ 14 ਅਗਸਤ 1947 ਨੂੰ। ਤਾਂ ਤੁਸੀਂ ਇਹ ਦੋਨੋਂ ਕੁਐਸਚਨ ਯਾਦ ਰੱਖਣੇ ਨੇ, ਉਹੀ ਕਾਫੀ ਇੰਪੋਰਟੈਂਟ ਰਹਿਣ ਵਾਲੇ, ਠੀਕ ਹੈ। ਇਸ ਤੋਂ ਬਾਅਦ ਕੀ ਹੁੰਦਾ ਹੈ, ਤਾਂ ਇਸ ਤੋਂ ਬਾਅਦ ਜਦੋਂ ਦੇਸ਼ ਦਾ ਵਿਭਾਜਨ ਹੋ ਗਿਆ, ਠੀਕ ਹੈ, ਹੁਣ ਦੇਸ਼ ਦੇ ਵਿਭਾਜਨ ਦੀ ਗੱਲ ਆ ਗਈ ਅਗਲੇ ਪੇਜ ਤੇ, ਠੀਕ ਹੈ। ਤਾਂ ਜਦੋਂ ਦੇਸ਼ ਦਾ ਵਿਭਾਜਨ ਹੋ ਗਿਆ ਤਾਂ ਉਸ ਟਾਈਮ ਜਿਹੜੀ ਸੰਵਿਧਾਨ ਸਭਾ ਬਣੀ ਸੀ ਤਾਂ ਉਸ ਦਾ ਜਿਹੜਾ ਪੁਨਰਗਠਨ ਕੀਤਾ ਗਿਆ, ਸੰਵਿਧਾਨ ਸਭਾ ਬਣੀ ਸੀ ਉਸ ਦਾ ਦੁਬਾਰਾ ਪੁਨਰਗਠਨ ਕੀਤਾ ਗਿਆ। ਤਾਂ 31 ਅਕਤੂਬਰ 1947 ਨੂੰ ਸੰਵਿਧਾਨ ਸਭਾ ਦਾ ਪੁਨਰਗਠਨ ਕੀਤਾ ਗਿਆ, ਠੀਕ ਹੈ। ਕਦੋਂ ਕੀਤਾ ਗਿਆ ਸੀ, 31 ਅਕਤੂਬਰ 1947 ਨੂੰ ਸੰਵਿਧਾਨ ਸਭਾ ਦਾ ਪੁਨਰਗਠਨ ਕੀਤਾ ਗਿਆ। ਇਹ ਪੁਨਰਗਠਨ ਕਿਉਂ ਕੀਤਾ ਗਿਆ, ਤਾਂ ਇਹ ਵੀ ਆਪਾਂ ਐਕਸਪਲੇਨ ਕਰ ਲੈਂਦੇ ਹਾਂ ਕਿ ਪਹਿਲਾਂ ਜੇਕਰ ਗੱਲ ਕੀਤੀ ਜਾਵੇ ਸੰਵਿਧਾਨ ਸਭਾ ਬਣੀ ਸੀ ਪਹਿਲਾਂ ਵਿਭਾਜਨ ਤੋਂ ਪਹਿਲਾਂ, ਤਾਂ ਉਸ ਸਮੇਂ ਜਿਹੜਾ ਪਾਕਿਸਤਾਨ ਵੀ ਤਾਂ ਇਸ ਦਾ ਮੈਂਬਰ ਸੀ, ਪਾਕਿਸਤਾਨ ਤੇ ਭਾਰਤ ਇਕੱਠੇ ਸੀ ਨਾ, ਉਸ ਟਾਈਮ ਕੀ ਸੀ, ਪਾਕਿਸਤਾਨ ਵੀ ਭਾਰਤ ਦਾ ਮੈਂਬਰ ਸੀ, ਉਹ ਵੀ ਤਾਂ ਇਨਕਲੂਡ ਸੀ ਨਾ ਇਸ ਸੰਵਿਧਾਨ ਸਭਾ ਦੇ ਵਿੱਚ। ਤਾਂ ਪਾਕਿਸਤਾਨ ਦੇ ਜਿਹੜੇ ਰਾਜ ਸੀ ਜਾਂ ਦੇਸੀ ਰਿਆਸਤਾਂ ਸੀ ਤੇ ਬ੍ਰਿਟਿਸ਼ ਪ੍ਰਾਂਤ ਵੀ ਸੀ, ਪ੍ਰਤੀਨਿਧੀ ਸੀ ਬ੍ਰਿਟਿਸ਼ ਪ੍ਰਾਂਤ ਦੇ, ਤਾਂ ਉਹ ਵੀ ਇਸ ਸੰਵਿਧਾਨ ਸਭਾ ਵਿੱਚ ਸੰਮਿਲਿਤ ਸੀ। ਬਟ ਹੁਣ ਪਾਕਿਸਤਾਨ ਇੱਕ ਅਲੱਗ ਦੇਸ਼ ਬਣ ਗਿਆ, ਠੀਕ ਹੈ, ਬਟਵਾਰਾ ਹੋ ਗਿਆ। ਤਾਂ ਜਿਹੜੇ ਭਾਰਤ ਦੇ ਸੰਵਿਧਾਨ ਸਭਾ ਸੀ ਤਾਂ ਉਸ ਵਿੱਚ ਵੀ ਮੈਂਬਰਾਂ ਦੀ ਗਿਣਤੀ ਘੱਟ ਹੋ ਗਈ। ਤਾਂ ਪਹਿਲਾਂ ਗੱਲ ਕੀਤੀ ਆਪਣੀ ਮੈਂਬਰਾਂ ਦੀ ਗਿਣਤੀ ਕਿੰਨੀ ਸੀ, ਤਾਂ ਪਹਿਲਾਂ ਸੀ ਆਪਣੇ ਕੋਲ 399, ਬਟ ਹੁਣ ਕਿੰਨੀ ਰਹਿ ਗਈ, ਤਾਂ ਹੁਣ ਰਹਿ ਗਈ 299। ਇਸ ਤੋਂ ਕੀ ਪ੍ਰਸ਼ਨ ਬਣਦਾ ਹੈ, ਤਾਂ ਇਸ ਤੋਂ ਪ੍ਰਸ਼ਨ ਬਣਦਾ ਹੈ ਕਿ ਜਿਹੜੀ ਸੰਵਿਧਾਨ ਸਭਾ ਦੀ ਪਹਿਲੀ ਬੈਠਕ ਹੋਈ ਸੀ ਉਸ ਵਿੱਚ ਮੈਂਬਰਾਂ ਦੀ ਗਿਣਤੀ ਕਿੰਨੀ ਸੀ, 399। ਤੇ ਜੇਕਰ ਇਹ ਪੁੱਛਿਆ ਜਾਵੇ ਕਿ ਦੇਸ਼ ਦੇ ਵਿਭਾਜਨ ਤੋਂ ਬਾਅਦ ਸੰਵਿਧਾਨ ਸਭਾ ਦੇ ਮੈਂਬਰਾਂ ਦੀ ਗਿਣਤੀ ਕਿੰਨੀ ਹੋ ਗਈ, ਤਾਂ ਉਹ ਹੋ ਗਈ ਆਪਣੇ ਕੋਲ 299, ਠੀਕ ਹੈ। ਤਾਂ ਇੱਥੋਂ ਤੱਕ ਤੁਸੀਂ ਯਾਦ ਰੱਖਣਾ ਹੈ, ਠੀਕ ਹੈ। ਹੁਣ ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਅੱਗੇ। ਤਾਂ ਤੁਸੀਂ ਇਹਨਾਂ ਕੁਐਸਚਨ ਦੇ ਵਿੱਚ ਕਨਫਿਊਜ਼ ਨਾ ਹੋਇਓ, ਕਿਉਂਕਿ ਗਿਣਤੀ ਤਾਂ ਘੱਟ ਹੋਣੀ ਸੀ, ਠੀਕ ਹੈ, ਮੈਂਬਰਾਂ ਦੀ ਗਿਣਤੀ ਘੱਟ ਹੋਣੀ ਸੀ। ਪਹਿਲਾਂ 399 ਸੀ ਤੇ ਹੁਣ ਕਿੰਨੀ ਰਹਿ ਗਈ, 299 ਰਹਿ ਗਈ। ਜਦੋਂ ਹੁਣ ਮੈਂਬਰਾਂ ਦੀ ਸੰਖਿਆ ਘੱਟ ਹੋ ਗਈ ਤਾਂ ਹੁਣ ਪ੍ਰਾਂਤ ਮੈਂਬਰ ਦੀ ਸੰਖਿਆ ਵੀ ਘੱਟ ਹੋ ਜਾਵੇਗੀ, ਠੀਕ ਹੈ। ਤਾਂ ਹੁਣ ਪ੍ਰਾਂਤੀ ਮੈਂਬਰਾਂ ਦੀ ਸੰਖਿਆ ਕਿੰਨੀ ਰਹਿ ਗਈ, ਤਾਂ ਜਿਹੜੇ ਪ੍ਰਾਂਤ ਦੇ ਮੈਂਬਰ ਸੀ ਉਹਨਾਂ ਦੀ ਸੰਖਿਆ ਰਹਿ ਗਈ ਆਪਣੇ ਕੋਲ 229, ਠੀਕ ਹੈ, 229 ਰਹਿ ਗਈ। ਪਹਿਲਾਂ ਕਿੰਨੀ ਸੀ, 292 ਸੀ ਤੇ ਹੁਣ ਕਿੰਨੀ ਰਹਿ ਗਈ, 229, ਠੀਕ ਹੈ। ਤਾਂ ਦੇਸੀ ਰਿਆਸਤਾਂ ਦੇ ਮੈਂਬਰਾਂ ਦੀ ਸੰਖਿਆ ਕਿੰਨੀ ਰਹਿ ਗਈ,
ਤਾਂ ਦੇਸੀ ਰਿਆਸਤਾਂ ਦੀ ਜਿਹੜੀ ਮੈਂਬਰਾਂ ਦੀ ਸੰਖਿਆ ਸੀ ਉਹ ਰਹਿ ਗਈ 70। ਪਹਿਲਾਂ ਕਿੰਨੀ ਸੀ 93 ਸੀ ਤੇ ਹੁਣ ਕਿੰਨੀ ਰਹਿ ਗਈ 70। ਤਾਂ ਤੁਸੀਂ ਇਹ ਸਾਰਾ ਨੋਟ ਡਾਊਨ ਕਰ ਲੈਣਾ ਕਿ ਦੇਸ਼ ਦੇ ਵਿਭਾਜਨ ਤੋਂ ਬਾਅਦ ਕਿੰਨੀ ਹੋਗੀ, ਦੇਸ਼ ਦੇ ਵਿਭਾਜਨ ਤੋਂ ਪਹਿਲਾਂ ਸੀ ਕਿੰਨੀ ਸੰਖਿਆ। ਠੀਕ ਹੈ, ਕਾਫੀ ਇੰਪੋਰਟੈਂਟ ਹੈ, ਕਾਫੀ ਇੰਪੋਰਟੈਂਟ ਹੈ ਵਾਲੇ ਐਗਜ਼ਾਮ ਦੇ ਲਈ। ਠੀਕ ਹੈ, ਤਾਂ ਤੁਸੀਂ ਇਹ ਨੋਟ ਡਾਊਨ ਕਰ ਲੈਣਾ ਹੈ। ਠੀਕ ਹੈ, ਤਾਂ ਇਸ ਤੋਂ ਬਾਅਦ ਆਪਾਂ ਦੇਖਦੇ ਹਾਂ ਜਦੋਂ ਸੰਵਿਧਾਨ ਸਭਾ ਦਾ ਪੁਨਰ ਗਠਨ ਹੋ ਗਿਆ ਤਾਂ ਸੰਵਿਧਾਨ ਸਭਾ ਦੀ ਕਾਰਵਾਈ ਵੀ ਤੇਜ਼ ਹੋ ਗਈ। ਤਾਂ ਕੀ ਹੋਇਆ, ਤਾਂ ਦੁਨੀਆ ਭਰ ਦੇ ਸੰਵਿਧਾਨ ਨੂੰ ਬਰੀਕੀ ਨਾਲ ਪਰਖਣ ਤੋਂ ਬਾਅਦ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਨੇ ਭਾਰਤੀ ਸੰਵਿਧਾਨ ਦਾ ਮਸੌਦਾ ਤਿਆਰ ਕੀਤਾ। ਮਤਲਬ ਕਿ ਬਾਬਾ ਸਾਹਿਬ ਨੇ ਦੁਨੀਆ ਦੇ ਜਿੰਨੇ ਵੀ ਸੰਵਿਧਾਨ ਸੀ ਉਹਨਾਂ ਨੂੰ ਚੰਗੀ ਤਰ੍ਹਾਂ ਬਰੀਕੀ ਨਾਲ ਪਰਖਿਆ ਅਤੇ ਉਹਨਾਂ ਵਿੱਚੋਂ ਵਧੀਆ ਵਿਚਾਰਾਂ ਨੂੰ ਲਿਆ ਅਤੇ ਵਧੀਆ ਕਾਨੂੰਨਾਂ ਨੂੰ ਵੀ ਲਿਆ ਇਸ ਦੇ ਵਿੱਚ। ਠੀਕ ਹੈ, ਇਵੇਂ ਜਿਹੜਾ ਆਪਣਾ ਇਹ ਸੰਵਿਧਾਨ ਦਾ ਸਰੋਤ ਹੈ ਇਹਨਾਂ ਤੋਂ ਐਗਜ਼ਾਮ ਦੇ ਰਿਲੇਟਡ ਬਹੁਤ ਸਾਰੇ ਕੁਐਸਚਨ ਬਣਦੇ ਨੇ। ਇਸ ਲਈ ਪੋਲਿਟੀ ਦੇ ਜਿਹੜਾ ਆਪਣਾ ਅਗਲਾ ਪਾਰਟ ਹੋਵੇਗਾ ਉਹ ਹੋਵੇਗਾ ਸੰਵਿਧਾਨ ਦੇ ਸਰੋਤ, ਮਤਲਬ ਕਿ ਕਿੱਥੋਂ ਕੀ ਕੁਝ ਲਿਆ ਗਿਆ, ਉਹ ਵੀ ਆਪਾਂ ਸਾਰਾ ਕੁਝ ਆਪਾਂ ਡਿਟੇਲ ਦੇ ਵਿੱਚ ਹੀ ਡਿਸਕਸ ਕਰਾਂਗੇ। ਠੀਕ ਹੈ, ਉਹ ਕਾਫੀ ਇੰਪੋਰਟੈਂਟ ਵੀਡੀਓ ਰਹਿਣ ਵਾਲੀ, ਇਸ ਲਈ ਤੁਸੀਂ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤਾਂ ਜੋ ਤੁਹਾਨੂੰ ਇਹ ਵੀਡੀਓ ਵਧੀਆ ਲੱਗ ਰਹੀ ਹੈ। ਠੀਕ ਹੈ, ਤਾਂ ਇਸ ਤੋਂ ਬਾਅਦ ਦੇਖਦੇ ਆਪਾਂ ਤਾਂ ਇਸ ਤਰ੍ਹਾਂ ਦੁਨੀਆ ਦੇ ਸੰਵਿਧਾਨ ਨੂੰ ਬਰੀਕੀ ਨਾਲ ਪਰਖਣ ਤੋਂ ਬਾਅਦ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਨੇ ਭਾਰਤੀ ਸੰਵਿਧਾਨ ਦਾ ਮਸੌਦਾ ਤਿਆਰ ਕੀਤਾ ਅਤੇ ਆਖਿਰਕਾਰ ਉਹ ਦਿਨ ਵੀ ਆ ਗਿਆ ਜਦੋਂ 26 ਨਵੰਬਰ 1949 ਨੂੰ ਭਾਰਤੀ ਸੰਵਿਧਾਨ ਪੂਰੀ ਤਰ੍ਹਾਂ ਬਣ ਕੇ ਤਿਆਰ ਹੋ ਗਿਆ ਅਤੇ ਇਸ ਨੂੰ ਸੰਵਿਧਾਨ ਸਭਾ ਦੇ ਵਿੱਚ ਪਾਰਿਤ ਕਰ ਦਿੱਤਾ ਗਿਆ। ਨਾ ਉਸ ਸਮੇਂ ਟੋਟਲ ਕਿੰਨੇ ਮੈਂਬਰ ਸੀ, ਤਾਂ ਯਾਦ ਰੱਖਿਓ ਜਦੋਂ ਸੰਵਿਧਾਨ ਸਭਾ ਦਾ ਪੁਨਰ ਗਠਨ ਕੀਤਾ ਗਿਆ ਤਾਂ 299 ਮੈਂਬਰ ਸੀ ਤੇ ਇਹਨਾਂ 299 ਮੈਂਬਰਾਂ ਦੁਆਰਾ ਹਸਤਾਖਰ ਕੀਤੇ ਗਏ ਉਸ ਸੰਵਿਧਾਨ ਤੇ। ਠੀਕ ਹੈ, ਤਾਂ ਇਸ ਤੋਂ ਬਾਅਦ ਇਹ ਕੀ ਹੋ ਗਿਆ, ਸੰਵਿਧਾਨ ਬਣ ਕੇ ਆਪਣਾ ਤਿਆਰ ਹੋ ਗਿਆ। ਇਸ ਲਈ 26 ਨਵੰਬਰ ਨੂੰ ਸੰਵਿਧਾਨ ਦਿਵਸ ਮਨਾਇਆ ਜਾਂਦਾ। ਠੀਕ ਹੈ, 26 ਨਵੰਬਰ ਨੂੰ ਕਿਹੜਾ ਦਿਵਸ ਮਨਾਇਆ ਜਾਂਦਾ ਹੈ, ਤਾਂ ਸੰਵਿਧਾਨ ਦਿਵਸ ਮਨਾਇਆ ਜਾਂਦਾ ਕਿਉਂਕਿ ਇਸ ਦਿਨ ਸੰਵਿਧਾਨ ਬਣ ਕੇ ਤਿਆਰ ਹੋ ਗਿਆ ਸੀ। ਇਹ ਵੀ ਕਾਫੀ ਇੰਪੋਰਟੈਂਟ ਕੁਐਸਚਨ ਹੈ, ਤੁਸੀਂ ਯਾਦ ਰੱਖਣਾ ਹੈ। ਠੀਕ ਹੈ, ਤਾਂ ਇਸ ਤੋਂ ਬਾਅਦ 26 ਨਵੰਬਰ ਨੂੰ ਹੀ ਸੰਵਿਧਾਨ ਬਣ ਤਾਂ ਗਿਆ 26 ਨਵੰਬਰ ਨੂੰ। ਠੀਕ ਹੈ, ਬਟ ਇਸ ਨੂੰ ਲਾਗੂ ਕਦੋਂ ਕੀਤਾ ਗਿਆ, ਤਾਂ 26 ਜਨਵਰੀ 1950 ਨੂੰ ਕੀ ਹੈ ਇਹ ਲਾਗੂ ਕਰ ਦਿੱਤਾ ਗਿਆ ਸੰਵਿਧਾਨ। ਠੀਕ ਹੈ, ਬਣਨ ਦੇ ਅਲੱਗ ਤਰੀਕੇ ਤੇ ਲਾਗੂ ਕਰਨ ਦੇ ਅਲੱਗ ਤਰੀਕੇ, ਤਾਂ ਤੁਸੀਂ ਇਹ ਦੋਨੋਂ ਨੋਟ ਡਾਊਨ ਕਰ ਲੈਣੀ ਹੈ। ਠੀਕ ਹੈ, ਤੇ ਜੇਕਰ ਗੱਲ ਕੀਤੀ ਜਾਵੇ ਇਸ ਦੇ ਪਿੱਛੇ ਵੀ ਇੱਕ ਕਾਰਨ ਰਿਹਾ ਸੀ ਕਿ 26 ਨਵੰਬਰ ਨੂੰ ਹੀ ਸੰਵਿਧਾਨ ਬਣਿਆ ਸੀ ਬਟ ਇਸ ਨੂੰ 26 ਜਨਵਰੀ 1950 ਨੂੰ ਕਿਉਂ ਲਾਗੂ ਕੀਤਾ ਗਿਆ, ਕਿਉਂਕਿ ਕਾਫੀ ਦੂਰ ਚਲਾ ਗਿਆ ਬਟ 26 ਜਨਵਰੀ 1950 ਨੂੰ ਵੀ ਕਿਉਂ ਲਾਗੂ ਕੀਤਾ ਗਿਆ, ਤਾਂ ਇਹ ਕਾਰਨ ਵੀ ਆਪਾਂ ਦੇਖ ਲੈਂਦੇ ਹਾਂ। ਤਾਂ ਇਸ ਦੇ ਪਿੱਛੇ ਇੱਕ ਇਤਿਹਾਸਿਕ ਕਾਰਨ ਸੀ ਕਿਉਂਕਿ ਇਸ ਦਿਨ 26 ਜਨਵਰੀ 1930 ਨੂੰ ਕਾਂਗਰਸ ਨੇ ਕੀ ਕੀਤਾ ਸੀ, ਕਾਂਗਰਸ ਨੇ ਪਹਿਲਾ ਸੁਤੰਤਰਤਾ ਦਿਵਸ ਮਨਾਇਆ ਸੀ 26 ਜਨਵਰੀ 1930 ਨੂੰ, ਕਿਉਂਕਿ ਇਸ ਦਿਨ ਜਿਹੜਾ ਪੰਡਿਤ ਜਵਾਹਰ ਲਾਲ ਨਹਿਰੂ ਨੇ ਉਹਨਾਂ ਨੇ ਰਾਵੀ ਨਦੀ ਦੇ ਤੱਟ ਤੇ ਭਾਰਤੀ ਝੰਡਾ ਲਹਿਰਾ ਦਿੱਤਾ ਸੀ ਅਤੇ ਕਿਹਾ ਸੀ ਕਿ ਅੱਜ ਤੋਂ ਜਿਹੜਾ ਆਪਾਂ ਸਾਰੇ ਆਜ਼ਾਦ ਹਾਂ। ਪਰ ਉਸ ਟਾਈਮ ਚਾਹੇ ਆਪਾਂ ਗੁਲਾਮ ਸੀ ਬਟ ਉਹਨਾਂ ਨੇ ਆਜ਼ਾਦੀ ਦਿਵਸ ਉਸੇ ਦਿਨ ਤੋਂ ਹੀ ਮਨਾਉਣਾ ਸ਼ੁਰੂ ਕਰ ਦਿੱਤਾ ਸੀ। ਤੇ ਉਸ ਤੋਂ ਬਾਅਦ ਕਾਂਗਰਸ ਕੀ ਸੀ, ਕਾਂਗਰਸ ਹਰ ਸਾਲ ਉਸੇ ਦਿਨ ਆਜ਼ਾਦੀ ਦਿਵਸ ਮਨਾਉਂਦੀ ਸੀ। ਇਸ ਲਈ ਭਾਰਤ ਚਾਹੇ 15 ਅਗਸਤ ਨੂੰ ਆਜ਼ਾਦ ਹੋ ਗਿਆ ਬਟ ਉਹਨਾਂ ਨੇ 26 ਜਨਵਰੀ 1950 ਨੂੰ ਸੰਵਿਧਾਨ ਲਾਗੂ ਕਰਕੇ ਉਸ ਨੂੰ ਗਣਤੰਤਰ ਦਿਵਸ ਦੇ ਰੂਪ ਵਿੱਚ ਮਨਾਉਣਾ ਸ਼ੁਰੂ ਕਰ ਦਿੱਤਾ। ਠੀਕ ਹੈ, ਇਹ ਗਣਤੰਤਰ ਦਿਵਸ ਦੀ ਕਹਾਣੀ ਸੀ, ਕਿਉਂ ਉੱਥੇ ਲਾਗੂ ਕੀਤਾ ਗਿਆ, ਕਿਉਂ ਗਣਤੰਤਰ ਦਿਵਸ ਮਨਾਉਣਾ ਸ਼ੁਰੂ ਕੀਤਾ ਗਿਆ ਸੀ। ਠੀਕ ਹੈ, ਨੈਕਸਟ ਵਿਜ਼ਿਟ ਕਰਦੇ ਆਪਾਂ। ਤਾਂ ਇਸ ਤੋਂ ਬਾਅਦ ਆਪਾਂ ਸੰਵਿਧਾਨ ਨਾਲ ਰਿਲੇਟਡ ਕੁਝ ਮਹੱਤਵਪੂਰਨ ਕੁਐਸਚਨ ਦੇਖ ਲੈਂਦੇ ਹਾਂ ਜਿਹੜੇ ਐਗਜ਼ਾਮ ਦੇ ਵਿੱਚ ਪੁੱਛੇ ਜਾਂਦੇ ਨੇ। ਠੀਕ ਹੈ, ਤਾਂ ਸੰਵਿਧਾਨ ਨਿਰਮਾਣ ਦੀ ਪ੍ਰਕਿਰਿਆ ਵਿੱਚ ਕੁੱਲ ਕਿੰਨੇ ਦਿਨ ਲੱਗੇ ਸੀ, ਜਿਹੜਾ ਸੰਵਿਧਾਨ ਬਣਿਆ ਸੀ ਉਸ ਨੂੰ ਬਣਨ ਦੇ ਵਿੱਚ ਟੋਟਲ ਕਿੰਨੇ ਦਿਨ ਲੱਗੇ ਸੀ, ਤਾਂ ਇਸ ਤੇ ਟੋਟਲ 2 ਸਾਲ 11 ਮਹੀਨੇ ਤੇ 18 ਦਿਨ ਲੱਗੇ ਸੀ। ਠੀਕ ਹੈ, 2 ਸਾਲ 11 ਮਹੀਨੇ ਤੇ 18 ਦਿਨ ਲੱਗੇ ਸੀ ਅਤੇ ਸੰਵਿਧਾਨ ਦੇ ਨਿਰਮਾਣ ਤੇ ਕੁੱਲ ਕਿੰਨੇ ਦਿਨ ਬਹਿਸ ਹੋਈ ਸੀ। ਠੀਕ ਹੈ, ਜਿਹੜੀ ਆਪਾਂ ਹੁਣ ਸੰਸਦ ਦੇ ਵਿੱਚ ਕਹਿ ਦਿੰਦੇ ਉੱਥੇ ਬਹਿਸ ਚੱਲਦੀ ਹੈ ਇੱਕ ਦੂਜੇ ਲੀਡਰ ਦੇ ਆਮੋ ਸਾਹਮਣੇ, ਤਾਂ ਉਸੇ ਤਰ੍ਹਾਂ ਉੱਥੇ ਵੀ ਇਹ ਬਹਿਸ ਚੱਲੀ ਸੀ ਸੰਵਿਧਾਨ ਦੇ ਨਿਰਮਾਣ ਦੇ ਵਿੱਚ। ਤਾਂ ਟੋਟਲ ਕਿੰਨੇ ਦਿਨ ਬਹਿਸ ਚੱਲੀ ਸੀ ਉਹ, ਤਾਂ ਜਿਹੜੀ ਇਹ ਸੰਵਿਧਾਨ ਸਭਾ ਬੈਠੀ ਸੀ ਤਾਂ ਇਹਨਾਂ ਨੇ ਇਵੇਂ ਹੀ ਸਿੱਧਾ ਸੰਵਿਧਾਨ ਨਹੀਂ ਬਣਾਇਆ ਸੀ, ਇਹਨਾਂ ਦੇ ਵਿੱਚ ਬਹਿਸ ਹੋਈ ਜਿਵੇਂ ਹੁਣ ਸੰਸਦ ਦੇ ਵਿੱਚ ਆਪਣੀ ਬਹਿਸ ਹੁੰਦੀ ਹੈ ਕਿਸੇ ਵੀ ਕਾਨੂੰਨ ਲਾਗੂ ਕਰਨ ਟਾਈਮ। ਠੀਕ ਹੈ, ਉਸ ਸਮੇਂ ਵੀ ਟੋਟਲ 114 ਦਿਨ ਬਹਿਸ ਚੱਲੀ ਤੇ ਸੰਵਿਧਾਨ ਦਾ ਨਿਰਮਾਣ ਕਰਨ ਦੇ ਲਈ। ਠੀਕ ਹੈ, ਤਾਂ ਅੱਗੇ ਗੱਲ ਕਰਦੇ ਆਪਾਂ ਸੰਵਿਧਾਨ ਦੇ ਨਿਰਮਾਣ ਤੇ ਕੁੱਲ ਮਿਲਾ ਕੇ ਕਿੰਨਾ ਖਰਚਾ ਆਇਆ ਸੀ, ਤਾਂ ਇਸ ਤੇ ਟੋਟਲ
ਤਾਂ ਜੇਕਰ ਗੱਲ ਕੀਤੀ ਜਾਵੇ ਇਸ ਤੇ ਟੋਟਲ 63 ਲਗਭਗ 64 ਲੱਖ ਰੁਪਏ ਦਾ 63,96,729 ਰੁਪਏ, ਠੀਕ ਹੈ। 63,96,729 ਰੁਪਏ ਖਰਚਾ ਆਇਆ ਸੀ, ਲਗਭਗ 64 ਲੱਖ ਰੁਪਏ ਦਾ ਖਰਚਾ, ਠੀਕ ਹੈ। ਤਾਂ ਸੰਵਿਧਾਨ ਦਾ ਨਿਰਮਾਣ ਕਰਨ ਤੇ ਲਗਭਗ 64 ਲੱਖ ਰੁਪਏ ਕਹਿ ਸਕਦੇ ਹਾਂ ਕਿ ਖਰਚ ਆਇਆ ਸੀ। ਤਾਂ ਜਦੋਂ ਸੰਵਿਧਾਨ ਬਣਿਆ ਸੀ ਤਾਂ ਇਸ ਵਿੱਚ ਕੁੱਲ ਕਿੰਨੇ ਭਾਗ ਸੀ? ਤਾਂ ਇਸ ਦੇ ਵਿੱਚ ਟੋਟਲ 22 ਭਾਗ, 395 ਅਨੁਛੇਦ ਅਤੇ 8 ਅਨੁਸੂਚੀਆਂ ਸੀ। ਇਹ ਤੁਸੀਂ ਨੋਟ ਡਾਊਨ ਕਰ ਲੈਣਾ ਹੈ, ਠੀਕ ਹੈ, ਕਾਫੀ ਇੰਪੋਰਟੈਂਟ ਹੈ। ਤਾਂ ਵਰਤਮਾਨ ਦੇ ਵਿੱਚ ਹੁਣ ਤੁਸੀਂ 8 ਵਿੱਚ 4 ਹੋਰ ਐਡ ਕਰ ਦਿਓ, ਜਿਹੜਾ ਹੁਣ ਆਪਣਾ ਪ੍ਰੈਜ਼ੈਂਟ ਟਾਈਮ ਦੇ ਵਿੱਚ ਚੱਲ ਰਿਹਾ। ਤਾਂ ਉਸ ਦੇ ਵਿੱਚ ਕੀ ਆਪਾਂ 8 ਦੇ ਵਿੱਚ 4 ਹੋਰ ਐਡ ਕਰ ਦਿਓ ਤਾਂ ਟੋਟਲ ਹੁਣ 12 ਅਨੁਸੂਚੀਆਂ ਹੋ ਗਈਆਂ ਨੇ। ਭਾਗ ਤੇ ਅਨੁਛੇਦ ਉਨੇ ਹੀ ਨੇ, 12 ਭਾਗ ਤੇ 395 ਅਨੁਛੇਦ, ਠੀਕ ਹੈ। ਅਨੁਸੂਚੀਆਂ ਹੁਣ 12 ਹੋ ਗਈਆਂ ਨੇ, ਠੀਕ ਹੈ। ਹਾਲਾਂਕਿ ਹੁਣ 395 ਅਨੁਛੇਦਾਂ ਦੇ ਵਿੱਚ ਅਨੁਛੇਦ 395A, ਅਨੁਛੇਦ 395B ਕਰ ਕਰਕੇ ਲਗਭਗ 450 ਦੇ ਅਨੁਛੇਦ 450 ਅਨੁਛੇਦ ਹੋ ਗਏ ਨੇ। ਪਰ ਮੂਲ ਰੂਪ ਵਿੱਚ ਟਿਕੇ ਟੋਟਲ ਕਿੰਨੇ ਅਨੁਛੇਦ ਨੇ? ਟੋਟਲ 395 ਅਨੁਛੇਦ ਨੇ, ਠੀਕ ਹੈ। ਤਾਂ ਹੁਣ ਉਸ ਤੋਂ ਬਾਅਦ ਦੇਖਦੇ ਆਪਾਂ ਇਸ ਤੋਂ ਬਾਅਦ ਸੰਵਿਧਾਨ ਸਭਾ ਦੁਆਰਾ ਕੁਝ ਕੰਮ ਕੀਤੇ ਗਏ ਨੇ, ਠੀਕ ਹੈ। ਤਾਂ ਉਹ ਵੀ ਆਪਾਂ ਦੇਖ ਲੈਂਦੇ ਹਾਂ, ਇਹ ਵੀ ਕਾਫੀ ਇੰਪੋਰਟੈਂਟ ਨੇ। ਤਾਂ ਸੰਵਿਧਾਨ ਸਭਾ ਨੇ 22 ਜੁਲਾਈ ਇੱਕ ਮਿੰਟ ਵਿੱਚ ਠੀਕ ਹੈ। ਤਾਂ ਉਸ ਤੋਂ ਬਾਅਦ ਆਪਾਂ ਕੁਝ ਦੇਖ ਲੈਂਦੇ ਹਾਂ ਪੁਆਇੰਟ, ਠੀਕ ਹੈ। ਉਹਨਾਂ ਨੇ ਕੁਝ ਕੰਮ ਕੀਤੇ ਸੀ, ਤਾਂ ਕਿਹੜੇ ਕੰਮ ਕੀਤੇ? ਤਾਂ ਇਸ ਤੋਂ ਬਾਅਦ ਸੰਵਿਧਾਨ ਸਭਾ ਦੁਆਰਾ ਕੁਝ ਹੋਰ ਕੰਮ ਕੀਤੇ ਗਏ ਨੇ। ਜਿਵੇਂ ਫੋਰ ਐਗਜ਼ਾਮਪਲ ਗੱਲ ਕੀਤੀ ਜਾਵੇ ਤਾਂ ਸੰਵਿਧਾਨ ਸਭਾ ਨੇ 22 ਜੁਲਾਈ 1947 ਨੂੰ ਰਾਸ਼ਟਰੀ ਝੰਡਾ ਅਪਣਾਇਆ ਸੀ, ਠੀਕ ਹੈ। ਤਾਂ ਇਹ ਵੀ ਐਗਜ਼ਾਮ ਦੇ ਵਿੱਚ ਕੁਐਸਚਨ ਬਣਦਾ ਹੈ ਕਿ ਸੰਵਿਧਾਨ ਸਭਾ ਦਾ ਜਿਹੜਾ ਰਾਸ਼ਟਰੀ ਝੰਡਾ ਸੀ ਉਹ ਕਦੋਂ ਅਪਣਾਇਆ ਗਿਆ ਸੀ? ਤਾਂ ਉਹ ਅਪਣਾਇਆ ਗਿਆ ਸੀ 22 ਜੁਲਾਈ 1947 ਨੂੰ ਅਪਣਾਇਆ ਗਿਆ ਸੀ, ਠੀਕ ਹੈ। ਤੇ ਜੇਕਰ ਰਾਸ਼ਟਰੀ ਗਾਨ ਨੂੰ ਕਦੋਂ ਅਪਣਾਇਆ ਗਿਆ? ਤਾਂ ਰਾਸ਼ਟਰੀ ਗਾਨ ਨੂੰ 24 ਜਨਵਰੀ 1950 ਨੂੰ ਅਪਣਾਇਆ ਗਿਆ ਸੀ, 24 ਜਨਵਰੀ 1950 ਨੂੰ। ਤੇ ਰਾਸ਼ਟਰੀ ਗੀਤ ਨੂੰ ਕਦੋਂ ਅਪਣਾਇਆ ਗਿਆ? ਤਾਂ ਰਾਸ਼ਟਰੀ ਗੀਤ ਨੂੰ ਅਪਣਾਇਆ ਗਿਆ ਸੀ 26 ਜਨਵਰੀ 1950 ਨੂੰ ਰਾਸ਼ਟਰੀ ਗੀਤ ਨੂੰ ਅਪਣਾਇਆ ਗਿਆ ਸੀ, ਠੀਕ ਹੈ। ਇਹ ਤਿੰਨੋਂ ਡੇਟਸ ਤੁਸੀਂ ਯਾਦ ਰੱਖਣੀਆਂ ਨੇ, ਠੀਕ ਹੈ। 22 ਜੁਲਾਈ 1947 ਨੂੰ ਰਾਸ਼ਟਰੀ ਝੰਡਾ, 24 ਜਨਵਰੀ 1950 ਨੂੰ ਰਾਸ਼ਟਰੀ ਗਾਨ ਤੇ 26 ਜਨਵਰੀ 1950 ਨੂੰ ਰਾਸ਼ਟਰੀ ਗੀਤ ਅਪਣਾਇਆ ਗਿਆ ਸੀ। ਕਾਫੀ ਇੰਪੋਰਟੈਂਟ ਰਹਿਣ ਵਾਲੇ ਨੇ, ਕੁਐਸਚਨ ਤੁਸੀਂ ਯਾਦ ਰੱਖਣੇ ਨੇ, ਠੀਕ ਹੈ। ਨੈਕਸਟ ਪੇਜ ਤੇ ਵਿਜ਼ਿਟ ਕਰਦੇ ਹਾਂ ਆਪਾਂ। ਤਾਂ ਅੱਗੇ ਇਸ ਤੋਂ ਬਾਅਦ ਆਪਾਂ ਦੇਖਦੇ ਹਾਂ ਸੁਤੰਤਰ ਭਾਰਤ ਦਾ ਮੰਤਰੀ ਮੰਡਲ। ਇਹ ਵੀਡੀਓ ਦਾ ਆਖਰੀ ਪਾਰਟ ਹੋਵੇਗਾ। ਇਹ ਵੀ ਕਾਫੀ ਮਹੱਤਵਪੂਰਨ ਕੁਐਸਚਨ ਨੇ। ਇਹਨਾਂ ਦੇ ਵਿੱਚ ਡਾਇਰੈਕਟ 1 ਨੰਬਰ ਦਾ ਕੁਐਸਚਨ ਪੁੱਛਿਆ ਜਾਂਦਾ ਐਗਜ਼ਾਮ ਦੇ ਵਿੱਚ। ਤਾਂ ਜਦੋਂ 1947 ਦੇ ਵਿੱਚ ਭਾਰਤ ਆਜ਼ਾਦ ਹੋ ਗਿਆ ਤਾਂ ਭਾਰਤ ਦੇ ਮੰਤਰੀ ਕੌਣ-ਕੌਣ ਬਣੇ? ਤਾਂ ਆਪਣੇ ਪਹਿਲੇ ਪ੍ਰਧਾਨ ਮੰਤਰੀ ਕੌਣ ਸੀ? ਤਾਂ ਉਹ ਸੀ ਪੰਡਿਤ ਜਵਾਹਰ ਲਾਲ ਨਹਿਰੂ, ਠੀਕ ਹੈ। ਪਹਿਲੇ ਗ੍ਰਹਿ ਮੰਤਰੀ ਕੌਣ ਸੀ? ਤਾਂ ਵੱਲਭ ਭਾਈ ਪਟੇਲ। ਪਹਿਲੇ ਸਿੱਖਿਆ ਮੰਤਰੀ ਕੌਣ ਸੀ? ਤਾਂ ਮੌਲਾਨਾ ਅਬੁਲ ਕਲਾਮ ਆਜ਼ਾਦ, ਠੀਕ ਹੈ। ਤਾਂ ਪਹਿਲੇ ਰੇਲਵੇ ਮੰਤਰੀ ਕੌਣ ਰਹੇ ਨੇ? ਡਾਕਟਰ ਜੌਨ ਮੈਥਾਈ। ਡਾਕਟਰ ਜੌਨ ਮੈਥਾਈ ਕੀ ਨੇ? ਰੇਲਵੇ ਮੰਤਰੀ ਰਹੇ ਨੇ। ਤੇ ਪਹਿਲੇ ਲੇਬਲ ਮੰਤਰੀ ਤਾਂ ਉਹ ਕੌਣ ਨੇ? ਤਾਂ ਉਹ ਰਹੇ ਨੇ ਜਗਜੀਵਨ ਰਾਮ, ਠੀਕ ਹੈ। ਤਾਂ ਪਹਿਲੇ ਰੱਖਿਆ ਮੰਤਰੀ ਬਲਦੇਵ ਸਿੰਘ, ਪਹਿਲੇ ਸਵਾਸਥ ਮੰਤਰੀ ਰਾਜਕੁਮਾਰੀ ਅਮਰਤਾ ਕੌਰ ਤੇ ਪਹਿਲੇ ਵਿੱਤ ਮੰਤਰੀ ਆਰ.ਕੇ. ਸਨਮੁਖਮ ਸ਼ੈੱਟੀ, ਠੀਕ ਹੈ। ਤਾਂ ਦੋਸਤੋ ਅੱਜ ਦੀ ਕਲਾਸ ਇੱਥੇ ਹੀ ਖਤਮ ਹੁੰਦੀ ਹੈ। ਹੋਪ ਸੋ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇਗੀ ਅਤੇ ਇਸ ਕਲਾਸ ਵਿੱਚ ਕੁਝ ਨਾ ਕੁਝ ਤੁਸੀਂ ਜ਼ਰੂਰ ਸਿੱਖੇ ਹੋਵੋਗੇ। ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇਗੀ ਤਾਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਅਤੇ ਇਸ ਚੈਨਲ ਤੇ ਜੋ ਸਟੂਡੈਂਟ ਨਿਊ ਵਿਜ਼ਿਟ ਕਰ ਰਹੇ ਨੇ ਉਹ ਇਸ ਚੈਨਲ ਨੂੰ ਜਲਦੀ ਤੋਂ ਸਬਸਕ੍ਰਾਈਬ ਕਰ ਲੈਣ ਤਾਂ ਜੋ ਤੁਹਾਨੂੰ ਅੱਗੇ ਤੋਂ ਇਹਨਾਂ ਸਾਰੀਆਂ ਕਲਾਸਿਸ ਦਾ ਨੋਟੀਫਿਕੇਸ਼ਨ ਮਿਲਦਾ ਰਹੇ। ਮਿਲਦੇ ਹਾਂ ਆਪਾਂ ਜਲਦੀ ਅਗਲੀ ਵੀਡੀਓ ਦੇ ਵਿੱਚ। ਥੈਂਕ ਯੂ ਸੋ ਮਚ।